की कुछ विजन लेके पहुंचे हो? हमारा तो जी एक ही विजन है भाई, जब यूनिवर्सिटी स्टूडेंट किया तो यहाँ पर स्टूडेंट की काउंसिल बननी चाहिए, किसी पॉलिटिकल पार्टी की क्यों। एमएलए एमपी यहाँ पर आते हैं, वो वहाँ पर अपनी धक्केशाही करते हैं यहाँ पर, ठीक है। CYSS है जी, पूरा इलेक्शन ही एमएलए एमपी के बेस पे लड़ती है, किसी पॉलिटिकल पार्टी को लगा लो जी आप। उनके कैंडिडेट कम, एमएलए एमपी ज़्यादा इलेक्शन लड़ रहे हैं। वैसे तो यहाँ पर काफ़ी स्टूडेंट पार्टी है, पर हमारी पार्टी में एक फ़र्क है जी, बेस अच्छा है पार्टी का। DAV कॉलेज में अब की बार पार्टी हैट्रिक पे है जी, 8 बार इलेक्शन होते हैं DAV कॉलेज में, 7 बार पार्टी काउंसिल के अंदर आती है। बार बार बच्चे मौका दे रहे हैं जी, बच्चों का विश्वास जीता है तभी बच्चे बार बार मौका दे रहे हैं। की विजन लेके आए सर? सर हमने डिपार्टमेंट के मतलब कैंपस के अंदर से जितने भी डिपार्टमेंट्स हैं उनके जो इश्यूज़ आ रहे हैं उनको अपनी मैनिफेस्टो में रखा। कैंपस के अंदर जो सिक्योरिटी लैब्स हो रहे हैं सर, जो हमारी बहनों को दिक्कत आ रही है, वो पिछले 10 साल से कैंपस के अंदर सिक्योरिटीज़ की वैकेंसीज नहीं निकली है सर। उसके ऊपर AVP काम करेगी कि जल्द से जल्द वैकेंसी हो। जो PhD स्कॉलर्स हैं उनके भरोसे पे सर आज यूनिवर्सिटी चल रही है। एक मुद्दा हो रहा है सर हमारा, जो 24/7 हमने फार्मेसी के लिए बोला है। जो कैंपस के स्टूडेंट्स हैं, हर किसी के पास सर व्हीकल नहीं है, तो यूनिवर्सिटी के अंदर ऐसी सुविधा होनी चाहिए, 24/7 फार्मेसी ओपन होनी चाहिए। देखो ਇੱਥੇ ਕਾਫੀਆਂ ਨੇ ਕਿਹਾ ਵੀ ਸਾਡਾ ਵਿਜ਼ਨ ਹੈ ਕਿ ਇੱਥੇ ਸਟੂਡੈਂਟਸ ਦੀ ਪੋਲਿਟਿਕਸ ਹੋਣੀ ਚਾਹੀਦੀ ਹੈ, ਪਰ ਇੱਥੇ ਖੜੀਆਂ ਸਾਰੀਆਂ ਜਥੇਬੰਦੀਆਂ ਜੋ PSU ਲਲਕਾਰ ਇਹੋ ਜਿਹੀ ਜਥੇਬੰਦੀ ਹੈ ਪੂਰੀ ਤਰ੍ਹਾਂ ਇੰਡੀਪੈਂਡੈਂਟਲੀ ਸਟੂਡੈਂਟਸ ਦੀ ਹੈ, ਨਾ ਕਿਸੇ ਉੱਪਰ ਪੋਲੀਟੀਕਲ ਪਾਰਟੀ ਤੋਂ ਸਿੱਧੀ ਤਰ੍ਹਾਂ ਜੁੜੀ ਹੈ ਤੇ ਨਾ ਹੀ ਅਸਿੱਧੇ ਤੌਰ ਤੇ ਕਿਸੇ ਲੀਡਰ ਤੋਂ ਪੈਸਾ ਲੈਂਦੀ ਹੈ ਜਾਂ ਲੀਡਰ ਦੀ ਉਹਨਾਂ ਦੀ ਮਤਲਬ ਕਠਪੁਤਲੀਆਂ ਵਾਂਗੂ ਚੱਲਦੀ ਹੈ। ਇਸ ਯੂਨੀਵਰਸਿਟੀ 'ਚ ਦੇਖੋ ਫੀਸਾਂ ਨੇ ਔਨਗੋਇੰਗ ਕੋਰਸਿਸ ਦੀਆਂ ਲਗਾਤਾਰ ਵੱਧ ਰਹੀਆਂ ਨੇ। ਜਿਹੜਾ ਇੱਥੇ VIP ਕਲਚਰ ਚੱਲ ਰਿਹਾ ਵੀ ਹਰ ਕੋਈ ਕੰਮ ਕਰਾਉਣ ਵਾਸਤੇ ਤੁਹਾਨੂੰ ਜਿਹੜਾ ਇੱਕ ਪਾਰਟੀ ਵਾਲਾ ਸਟicker ਚਾਹੀਦਾ ਹੈ। ਦੇਖੋ ਜੋ ਇੱਥੇ ਸਾਰੇ ਇਸ਼ੂਜ਼ ਗਿਣਾ ਰਹੇ ਨੇ, ਜਿਹੜੇ ਇਸ਼ੂਜ਼ ਇੱਥੇ ਆਉਂਦੇ ਨੇ ਉਹ ਉੱਪਰ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀਆਂ ਪਾਲਿਸੀਜ਼ ਕਰਕੇ ਉਹ ਇੱਥੇ ਇਸ਼ੂਜ਼ ਆਉਂਦੇ, ਇੱਥੇ ਫੰਡਸ ਨਹੀਂ ਆਉਂਦੇ, ਇੱਥੇ ਰਿਕਰੂਟਮੈਂਟਸ ਨਹੀਂ ਹੋ ਰਹੀਆਂ। ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ 1977 ਦੇ ਵਿੱਚ ਬਣੀ ਸੀਗੀ, ਸਟੂਡੈਂਟ ਦੇ ਰਾਹੋਂ ਬਣੀ ਸੀਗੀ, ਸਟੂਡੈਂਟ ਵਾਸਤੇ ਬਣੀ ਸੀਗੀ। ਸਾਡਾ ਕੰਮ, ਸਾਡਾ ਹਿਸਟਰੀ ਬੋਲਦੀ ਹੈ। ਸਭ ਤੋਂ ਜ਼ਿਆਦਾ ਵਾਰ ਅਸੀਂ ਕਾਉਂਸਲ 'ਚ ਬੈਠੇ ਹਾਂ ਤੇ ਹਰ ਵਾਰ ਜਦ ਵੀ ਬੈਠੇ ਹਾਂ ਅਸੀਂ ਯੂਨੀਵਰਸਿਟੀ 'ਚ ਚੇਂਜ ਲੈ ਕੇ ਆਏ ਹਾਂ। ਤੇ ਇਸ ਵਾਰੀ ਸਾਡਾ ਫੋਕਸ ਪਲੇਸਮੈਂਟ ਦੇ ਵਿੱਚ ਹੈ। ਪਲੇਸਮੈਂਟ ਐਕਟਿਵ ਪਲੇਸਮੈਂਟ ਸੈੱਲ ਜਿਹੜਾ ਅਸੀਂ ਲੈ ਕੇ ਆਉਣਾ ਹੈ, ਜਿਹੜਾ ਸਕਿੱਲ ਡਿਵੈਲਪਮੈਂਟ ਵਰਕਸ਼ਾਪ ਅਸੀਂ ਆਰਗੇਨਾਈਜ਼ ਕਰਾਉਣੀ ਹੈ, ਕਿਉਂਕਿ ਬੱਚਿਆਂ ਦੀ ਐਜੂਕੇਸ਼ਨ ਤੋਂ ਜੋਬ ਦੇ ਵਿੱਚ ਜਿਹੜਾ ਸਕਿੱਲ ਗੈਪ ਹੈਗਾ ਉਹ ਅਸੀਂ ਕਵਰ ਅਪ ਕਰਨਾ ਹੈ। ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਹੁਣ ਨਜ਼ਦੀਕ ਆ ਚੁੱਕੀਆਂ ਨੇ। 6 ਸਤੰਬਰ ਨੂੰ ਚੋਣ ਹੋਣ ਜਾ ਰਹੀ ਹੈ ਤਾਂ ਕੈਂਡੀਡੇਟ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਇੱਥੇ ਮੌਜੂਦ ਨੇ। ਗੱਲਬਾਤ ਕਰਾਂਗੇ ਤੇ ਨਾਲ ਜਾਣਾਂਗੇ ਕੀ ਕੁਝ ਵਿਜ਼ਨ ਦੇ ਨਾਲ ਹੁਣੇ ਆਪਣੇ ਕੈਂਡੀਡੇਟ ਜਿਹੜੇ ਨੇ ਉਤਰੇ ਨੇ, ਕੀ ਕੁਝ ਕੰਮ ਜਿਹੜੇ ਨੇ ਯੂਨੀਵਰਸਿਟੀ ਨੂੰ ਲੈ ਕੇ ਕਰਵਾਏ ਜਾਣਗੇ। ਤਾਂ ਹੁਣ ਤੱਕ ਦਾ ਜਿਹੜਾ ਇਹਨਾਂ ਦਾ ਕੰਮਕਾਰ ਹੈਗਾ ਕਿ ਉਹ ਜਿਹੜੀ ਹੁਣ ਕਾਰਜਗੁਜ਼ਾਰੀ ਹੈਗੀ ਉਹਨਾਂ ਤੋਂ ਉਹ ਵੀ ਜਾਣਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਚੈਨਲ ਦੇ ਵਿੱਚ। धन्यवाद जी, बहुत बहुत जी। मेरा नाम राकेश देसवाल है सर, मैं LLM कर रहा हूँ ULS डिपार्टमेंट से। इस बार AVP की तरफ से प्रेसिडेंशियल कैंडिडेट हूँ और हमारे जनरल सेक्रेटरी अविनाश यादव और जॉइंट सेक्रेटरी गौरव चा। जी सर। जी मैम, स्वागत है। ਥੈਂਕ ਯੂ ਸਰ। ਮੇਰਾ ਨਾਮ ਮਨਿਕਾ ਹੈ, ਮੈਂ ਡਿਪਾਰਟਮੈਂਟ ਆਫ ਸੋਸ਼ੀਓਲੋਜੀ ਤੋਂ ਮਾਸਟਰਸ ਕਰ ਰਹੀ ਹਾਂ ਤੇ PSU ਲਲਕਾਰ ਨਾਲ ਪਿਛਲੇ ਮਤਲਬ ਜਦੋਂ ਦੀ ਮਾਰਚ 'ਚ ਯੂਨੀਵਰਸਿਟੀ ਖੁੱਲ੍ਹੀ ਉਦੋਂ ਤੋਂ ਜੁੜੀ ਹਾਂ ਤੇ ਇਸ ਵਾਰ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵਾਸਤੇ ਕੰਟੈਸਟ ਕਰ ਰਹੀ ਹਾਂ। ਜੀ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਸਰ, ਮੈਂ ਦਵਿੰਦਰਪਾਲ ਸਿੰਘ, ਮਾਸਟਰਸ ਫਰੋਮ ਫਾਰਮੇਸੀ ਡਿਪਾਰਟਮੈਂਟ ਤੇ ਮੈਂ ਇਸ ਵਾਰ ਪੋਸੂ ਦਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹਾਂ। ਸਾਡਾ ਪੈਨਲ ਕੋਡ 10101 ਹੈ ਤੇ ਸਾਡਾ ਜੁਆਇੰਟ ਸੈਕਟਰੀ ਧੀਰਜ ਗਰਗ ਫਰੋਮ UIT ਡਿਪਾਰਟਮੈਂਟ ਹੈਗਾ ਸਰ। जी एक पार्टी हो रहेगी है सर, कैंडिडेट एक और रहेगा, उन्होंने भी गलबात करते हैं। सर स्वागत है जी। नमस्कार जी, पहले तो मैं आपके चैनल का बहुत बहुत स्वागत करता हूँ कि जी हमारे पास पहुँचे जी। ठीक है, मेरा नाम कुलदीप सिंह चौधरी है जी, पुलिस एडमिनिस्ट्रेशन मेरा डिपार्टमेंट है और HSA पार्टी से मैं आपकी बार प्रेजिडेंट का इलेक्शन लड़ रहा हूँ जी। जी ਤਾਂ ਇਹ ਸਾਰੇ ਕੈਂਡੀਡੇਟ ਹੈਗੇ ਨੇ, ਇਹਨਾਂ ਦੇ ਨਾਲ ਜਿਹੜਾ ਰੂਬਰੂ ਹੋਏ ਆ ਤਾਂ ਹੁਣ ਇਹਨਾਂ ਤੋਂ ਵਿਜ਼ਨ ਜਾਣਾਂਗੇ ਕਿ ਕੀ ਕੁਝ ਵਿਜ਼ਨ ਜਿਹੜਾ ਲੈ ਕੇ ਆਪਣਾ ਚੋਣ ਪ੍ਰਚਾਰ ਦੇ ਵਿੱਚ ਉਤਰੇ ਨੇ। ਸਭ ਤੋਂ ਪਹਿਲਾਂ ਸਰ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ, ਕੀ ਕੁਝ ਵਿਜ਼ਨ ਲੈ ਕੇ ਪਹੁੰਚੇ ਹੋ? हमारा तो जी एक ही विजन है भाई, जब यूनिवर्सिटी स्टूडेंट किया तो यहाँ पर स्टूडेंट की काउंसिल बननी चाहिए, किसी पॉलिटिकल पार्टी की क्यों। ठीक है जी। एमएलए एमपी यहाँ पर आते हैं, वो वहाँ पर अपनी धक्केशाही करते हैं यहाँ पर, ठीक है। CYSS है जी, पूरा इलेक्शन ही एमएलए एमपी के बेस पे लड़ती है, किसी पॉलिटिकल पार्टी को लगा लो जी आप।
उनके कैंडिडेट कम, एमएलए एमपी ज़्यादा इलेक्शन लड़ रहे हैं। पर्सनली एक एक बच्चे को फ़ोन करते हैं भी तू मेरे हल्के से है, मैं तेरे हल्के का एमएलए हूँ, तू मुझे सपोर्ट कर, अगर तुझे हल्के में किसी प्रकार की ज़रूरत पड़ती है मैं तेरा साथ दूंगा। तो हमारा ऐसा कोई मुद्दा नहीं है जी। स्टूडेंट की बनाई हुई पार्टी है, हॉस्टल के अंदर बैठ के पार्टी को बनाया गया था। पार्टी का बेस अच्छा है जी। वैसे तो यहाँ पर काफ़ी स्टूडेंट पार्टी है, पर हमारी पार्टी में एक फ़र्क है जी, बेस अच्छा है पार्टी का। डीएवी कॉलेज में अब की बार पार्टी हैट्रिक पे है जी। 8 बार इलेक्शन होते हैं डीएवी कॉलेज में, 7 बार पार्टी काउंसिल के अंदर आती है। बार बार बच्चे मौका दे रहे हैं जी, बच्चों का विश्वास जीतता है तभी बच्चे बार बार मौका दे रहे हैं जी की विजन लेके आए सर? सर हमने डिपार्टमेंट के मतलब कैंपस के अंदर से जितने भी डिपार्टमेंट्स हैं उनके जो इश्यूज़ आ रहे हैं उनको अपनी मैनिफेस्टो में रखा है। और जो कैंपस ओवरऑल कैंपस के जो मेन इश्यूज़ है, जैसे मैं आपको बता दूं, जैसे सेंट्रल प्लेसमेंट सेल है, ये पिछले 4-5 साल से बंद पड़ा है सर। इसको अगर हम काउंसिल में आते हैं तो इसको सर तुरंत प्रभाव से इसको ओपन कराएंगे। और जो कैंपस के अंदर जो सिक्योरिटी लैब्स हो रहे हैं सर, जो हमारी बहनों को दिक्कत आ रही है, वो पिछले 10 साल से कैंपस के अंदर सिक्योरिटीज़ की वैकेंसीज़ नहीं निकली है सर। उसके ऊपर एबीपी काम करेगी कि जल्द से जल्द वैकेंसी हो। और सर जो प्रोफेसर्स की वैकेंसीज़ है वो भी पिछले 10-12 साल से नहीं है। जो पीएचडी स्कॉलर्स हैं उनके भरोसे पे सर आज यूनिवर्सिटी चल रही है। जो खुद एक रिसर्च कर रहे हैं उनको टाइम नहीं मिल पा रहा सर स्टूडेंट्स को पढ़ाने का। जो उनका माइंड है सर वो अपनी स्टडीज़ में हुआ है। और सो एक मुद्दा हो रहा है सर हमारा, जो 24/7 हमने फार्मेसी के लिए बोला है। जो कैंपस के स्टूडेंट्स हैं हर किसी के पास सर व्हीकल नहीं है, तो यूनिवर्सिटी के अंदर ऐसी सुविधा होनी चाहिए, 24/7 फार्मेसी ओपन होनी चाहिए सर। ये कुछ हमारे बेसिक मुद्दे हैं जो स्टूडेंट्स के मतलब डेली के यूज़ की चीज़ें हैं, तो यही है जी। ਜੀ ਮੈਮ ਤੁਹਾਡਾ ਕੀ ਮੈਨੀਫੈਸਟੋ ਹੈਗਾ ਕਿ ਕੁਝ ਜਿਹੜੇ ਕੰਮ ਕਰਵਾਓਗੇ ਜੇਕਰ ਤੁਸੀਂ ਜਿੱਤਦੇ ਹੈਗੇ ਹੋ? ਵਿਜ਼ਨ ਕੀ ਲੈ ਕੇ ਆਏ ਹੋ? ਹਾਂਜੀ ਦੇਖੋ ਇੱਥੇ ਕਾਫੀਆਂ ਨੇ ਕਿਹਾ ਵੀ ਸਾਡਾ ਵਿਜ਼ਨ ਹੈ ਕਿ ਇੱਥੇ ਸਟੂਡੈਂਟਸ ਦੀ ਪੋਲਿਟਿਕਸ ਹੋਣੀ ਚਾਹੀਦੀ ਹੈ, ਪਰ ਇੱਥੇ ਖੜੀਆਂ ਸਾਰੀਆਂ ਜਥੇਬੰਦੀਆਂ ਜੋ ਪੀਐਸਯੂ ਲਲਕਾਰ ਇਹੋ ਜਿਹੀ ਜਥੇਬੰਦੀ ਹੈ ਜੋ ਸਿਰਫ ਪੂਰੀ ਤਰ੍ਹਾਂ ਇੰਡੀਪੈਂਡੈਂਟਲੀ ਸਟੂਡੈਂਟਸ ਦੀ ਹੈ, ਨਾ ਕਿਸੇ ਉੱਪਰ ਪੋਲੀਟੀਕਲ ਪਾਰਟੀ ਤੋਂ ਸਿੱਧੀ ਤਰ੍ਹਾਂ ਜੁੜੀ ਹੈ ਤੇ ਨਾ ਹੀ ਅਸਿੱਧੇ ਤੌਰ ਤੇ ਕਿਸੇ ਲੀਡਰ ਤੋਂ ਪੈਸਾ ਲੈਂਦੀ ਹੈ ਜਾਂ ਲੀਡਰ ਦੀ ਉਹਨਾਂ ਦੀ ਮਤਲਬ ਕਠਪੁਤਲੀਆਂ ਵਾਂਗੂ ਚੱਲਦੀ ਹੈ। ਤੇ ਜਿਹੜੇ ਇਸ਼ੂਜ਼ ਵੀ ਨੇ ਇਸ ਯੂਨੀਵਰਸਿਟੀ 'ਚ ਦੇਖੋ, ਫੀਸਾਂ ਨੇ ਆਨਗੋਇੰਗ ਕੋਰਸਿਸ ਦੀਆਂ ਲਗਾਤਾਰ ਵੱਧ ਰਹੀਆਂ ਨੇ, ਰਿਕਰੂਟਮੈਂਟ ਨਹੀਂ ਹੋ ਰਹੀ ਫੈਕਲਟੀ ਦੀ, ਜਿਹੜਾ ਇੱਥੇ ਵੀਆਈਪੀ ਕਲਚਰ ਚੱਲ ਰਿਹਾ ਵੀ ਹਰ ਕੋਈ ਕੰਮ ਕਰਾਉਣ ਵਾਸਤੇ ਤੁਹਾਨੂੰ ਜਿਹੜਾ ਇੱਕ ਪਾਰਟੀ ਵਾਲਾ ਸਟicker ਚਾਹੀਦਾ ਹੈ। ਤੇ ਜਿਹੜੇ ਇੱਥੇ ਵੱਡੇ ਇਸ਼ੂਜ਼ ਨੇ ਉਹ ਇਸ਼ੂਜ਼ ਤੇ ਕੰਮ ਕਰਾਂਗੇ, ਪਰ ਉਹ ਕਿਵੇਂ ਕਰਾਂਗੇ ਨਾ ਕੰਮ, ਕਿਉਂਕਿ ਦੇਖੋ ਜੋ ਇੱਥੇ ਸਾਰੇ ਇਸ਼ੂਜ਼ ਗਿਣਾ ਰਹੇ ਨੇ, ਜਿਹੜੇ ਇਸ਼ੂਜ਼ ਇੱਥੇ ਆਉਂਦੇ ਨੇ ਉਹ ਉੱਪਰ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀਆਂ ਪਾਲਿਸੀਜ਼ ਕਰਕੇ ਉਹ ਇੱਥੇ ਇਸ਼ੂਜ਼ ਆਉਂਦੇ, ਇੱਥੇ ਫੰਡਸ ਨਹੀਂ ਆਉਂਦੇ, ਇੱਥੇ ਰਿਕਰੂਟਮੈਂਟਸ ਨਹੀਂ ਹੋ ਰਹੀਆਂ, ਤਾਂ ਉਹ ਸਾਰੇ ਇਹ ਪਾਰਟੀਆਂ ਕਿਵੇਂ ਹੱਲ ਕਰਾਉਣਗੇ? ਉਹ ਹੱਲ ਸਿਰਫ ਸਟੂਡੈਂਟਸ ਦੀ ਆਰਗੇਨਾਈਜੇਸ਼ਨ ਕਰਾ ਸਕਦੀ ਹੈ। ਅਸੀਂ ਕਰਾਉਂਦੇ ਆਏ ਹਾਂ ਤੇ ਕਰਾਵਾਂਗੇ ਵੀ ਅੱਗੇ, ਤੇ ਇਸ ਯੂਨੀਵਰਸਿਟੀ ਨੂੰ ਦੁਬਾਰਾ ਸਟੂਡੈਂਟਸ ਦੀ ਇੱਕ ਸਟੂਡੈਂਟ ਸੈਂਟਰਿਕ ਸਟੂਡੈਂਟ ਫਰੈਂਡਲੀ ਯੂਨੀਵਰਸਿਟੀ ਬਣਾਵਾਂਗੇ। ਜੀ ਸਰ ਕੀ ਵਿਜ਼ਨ ਲੈ ਕੇ ਆਏ ਹੋ ਸਰ? ਸਰ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ 1977 ਦੇ ਵਿੱਚ ਬਣੀ ਸੀਗੀ, ਸਟੂਡੈਂਟ ਦੇ ਰਾਹੋਂ ਬਣੀ ਸੀਗੀ, ਸਟੂਡੈਂਟ ਵਾਸਤੇ ਬਣੀ ਸੀਗੀ। ਸਾਡਾ ਕੰਮ, ਸਾਡਾ ਹਿਸਟਰੀ ਬੋਲਦੀ ਹੈ। ਸਭ ਤੋਂ ਜ਼ਿਆਦਾ ਵਾਰ ਅਸੀਂ ਕਾਉਂਸਲ 'ਚ ਬੈਠੇ ਹਾਂ ਤੇ ਹਰ ਵਾਰ ਜਦ ਵੀ ਬੈਠੇ ਹਾਂ ਅਸੀਂ ਯੂਨੀਵਰਸਿਟੀ 'ਚ ਚੇਂਜ ਲੈ ਕੇ ਆਏ ਹਾਂ। ਤੇ ਇਸ ਵਾਰੀ ਸਾਡਾ ਫੋਕਸ ਪਲੇਸਮੈਂਟ ਦੇ ਵਿੱਚ ਹੈ। ਪਲੇਸਮੈਂਟ ਐਕਟਿਵ ਪਲੇਸਮੈਂਟ ਸੈੱਲ ਜਿਹੜਾ ਅਸੀਂ ਲੈ ਕੇ ਆਉਣਾ ਹੈ, ਤੇ ਜਿਹੜਾ ਸਕਿੱਲ ਡਿਵੈਲਪਮੈਂਟ ਵਰਕਸ਼ਾਪ ਅਸੀਂ ਆਰਗੇਨਾਈਜ਼ ਕਰਾਉਣੀ ਹੈ, ਕਿਉਂਕਿ ਬੱਚਿਆਂ ਦੀ ਐਜੂਕੇਸ਼ਨ ਤੋਂ ਜੋਬ ਦੇ ਵਿੱਚ ਜਿਹੜਾ ਸਕਿੱਲ ਗੈਪ ਹੈਗਾ ਉਹ ਅਸੀਂ ਕਵਰ ਅਪ ਕਰਨਾ। ਕਿਉਂਕਿ ਜੇ ਤੁਸੀਂ 5 ਸਾਲ 6 ਸਾਲ ਯੂਨੀਵਰਸਿਟੀ ਦੇ ਵਿੱਚ ਲਾ ਕੇ ਵੀ ਅਨਇੰਪਲੋਇਡ ਰਹਿ ਜਾਂਦੇ ਹੋ ਤਾਂ ਉਹਦਾ ਫਾਇਦਾ ਕੀ ਹੈ? ਯੂਨੀਵਰਸਿਟੀ 'ਚ ਤੁਸੀਂ ਆਏ ਹੋ, ਕੁਝ ਸਿੱਖ ਕੇ ਜਾਓ। ਤੁਸੀਂ ਜਿਹੜੀ ਸਕਿੱਲਸ ਜਿਹੜੀ ਲੈਕ ਕਰ ਰਹੇ ਹੋ ਉਸ ਦੇ ਉੱਤੇ ਅਸੀਂ ਫੋਕਸ ਕਰਨਾ ਇਸ ਵਾਰੀ। ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਐਕਟਿਵ ਪਲੇਸਮੈਂਟ ਸੈੱਲ ਤੇ ਇੰਟਰ ਡਿਪਾਰਟਮੈਂਟ ਵਰਕਸ਼ਾਪ ਸਕਿੱਲਸ, ਤੇ ਉਹਦੇ ਉੱਤੇ ਆਪਾਂ ਕਰਨਾ ਹੈ ਜੀ। ਤਾਂ ਇਹ ਸਨ ਕੁਝ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਹੈਗੇ ਨੇ। ਹੁਣ ਇਹਨਾਂ ਨੇ ਆਪਣੇ ਆਪਣੇ ਵਿਜ਼ਨ ਜ਼ਰੂਰ ਦੱਸੇ ਨੇ ਕਿ ਹੁਣ ਨਾਲ ਲੇਕਿਨ ਜਿਹੜੇ CYSS ਦੇ ਉੱਤੇ ਬਲੇਮ ਵੀ ਜਿਹੜਾ ਸਾਧਿਆ ਹੈ। ਤਾਂ ਹੋਰ ਗੱਲਬਾਤ ਕਰਾਂਗੇ ਸਰ। ਜੇਕਰ ਤੁਸੀਂ ਜਿੱਤਦੇ ਹੋ ਜਾਂ ਕੋਈ ਪਾਰਟੀ ਜਿੱਤਦੀ ਹੈ ਤਾਂ ਸਾਰਿਆਂ ਦੇ ਜਿਹੜੇ ਮੇਨ ਜਿਹੜੇ ਹੈਗੇ ਨੇ ਕਿ ਕਿਹਾ ਜਾ ਰਿਹਾ ਕਿ ਹੋਸਟਲ ਦੇ ਉੱਤੇ ਕੰਮ ਕਰਾਂਗੇ, ਜਾਂ ਫਿਰ ਕਿਹਾ ਜਾ ਰਿਹਾ ਵੀ ਜਿਹੜੇ ਮੇਨ ਮੁੱਦੇ ਨੇ ਜਾਂ ਕਿਸੇ ਡਿਪਾਰਟਮੈਂਟ ਦਾ ਕਿ ਹੋਸਟਲ ਦਾ ਜਾਂ ਹੋਰ ਜਿਹੜੇ ਵੈਕੈਂਸੀਜ਼ ਹੈਗੇ ਉਹਨਾਂ ਨੂੰ ਲੈ ਕੇ ਜਿਹੜੇ ਸਾਰੇ ਕੁਝ ਆਪਣੇ ਆਪਣਾ ਦਾਅਵਾ ਪੇਸ਼ ਕਰ ਰਹੇ ਨੇ। ਪਰ ਕੀ ਕੁਝ ਅਲੱਗ ਕੀ ਹੈਗਾ? ਜੇਕਰ ਤੁਹਾਨੂੰ ਜਿਹੜਾ ਵੋਟ ਪਾਉਂਦੇ ਨੇ ਜਿਹੜੇ ਸਟੂਡੈਂਟ, ਅਗਰ ਤੁਹਾਨੂੰ ਜਿਤਾਉਂਦੇ ਨੇ, ਤੁਸੀਂ ਵੱਖਰਾ ਕੀ ਕਰੋਗੇ? ਸਰ ਗੱਲ ਕਰਦੇ ਹੋਸਟਲ ਦੀ। ਜਿਹੜਾ ਹੋਸਟਲ ਦਾ ਸਿਸਟਮ ਹੈ ਇੰਨਾ ਜ਼ਿਆਦਾ ਹਾਈਜੈਕ ਕਰ ਰੱਖਿਆ ਪੋਲੀਟੀਕਲ ਪਾਰਟੀਆਂ ਨੇ। ਜਿਹੜਾ ਹੋਸਟਲ ਇੱਕ ਡਿਜ਼ਰਵਿੰਗ ਕੈਂਡੀਡੇਟ ਨੂੰ ਮਿਲਣਾ ਹੁੰਦਾ ਉਹ ਮਿਲ ਕੇ ਹੀ ਰਹੂਗਾ। ਇਹ ਸਿਰਫ ਇਹ ਡਿਲੇ ਕਰਾ ਕੇ ਆਪਣੇ ਨਾਂ ਤੋਂ ਕਰਾਉਂਦੇ ਨੇ ਕਿ ਜੀ ਅਸੀਂ ਹੋਸਟਲ ਕਰਾ ਦਾਂਗੇ, ਸਾਨੂੰ ਵੋਟ ਦੇ ਦਿਓ। ਤੇ ਜਿਹੜਾ ਗੱਲ ਕਰੀਏ ਹੋਸਟਲ ਦੀ, ਪਿਛਲੇ ਸਾਲ CSS ਜਿੱਤੀ ਹੈ, ਇਹ ਕਹਿੰਦੇ ਜੀ ਹੋਸਟਲ ਬਣਾ ਦਾਂਗੇ। ਸਾਲ ਹੋ ਗਿਆ ਜੀ, ਨੀਅਰ ਬਾਈ ਇਲੈਕਸ਼ਨ ਆ ਕੇ ਇਹਨਾਂ ਦੀ ਸਰਕਾਰ ਕਹਿੰਦੀ ਅਸੀਂ ਫੰਡ ਦੇ ਦਾਂਗੇ, ਹਾਲ ਤੱਕ ਫੰਡ ਆਇਆ ਨਹੀਂ। ਤਾਂ ਤੁਸੀਂ ਸੋਚੋ ਹੋਸਟਲ ਉਹ ਕਿਹੜੇ ਸਾਲ 'ਚ ਜਾ ਕੇ ਬਣੂਗਾ? ਆਮ ਆਦਮੀ ਦੀ ਸਰਕਾਰ ਵੀ ਸ਼ਾਇਦ ਪੰਜਾਬ ਤੋਂ ਬਾਹਰ ਨਿਕਲ ਜੇ ਤਦ ਤੱਕ ਹੋਸਟਲ ਨਹੀਂ ਬਣਦਾ। ਸਾਨੂੰ ਪਤਾ ਇਹਨਾਂ ਦਾ ਕੀ ਸਿਸਟਮ ਹੈ। ਬਾਹਰ ਤੋਂ ਮੰਤਰੀ ਲੈ ਕੇ ਆਏ ਨੇ, ਉਹ ਮੈਨੇਜ ਕਰ ਰਹੇ ਨੇ। ਸਟੂਡੈਂਟ ਦਾ ਇੱਥੇ ਦਿਖ ਹੀ ਨਹੀਂ ਰਿਹਾ। ਇਹਨਾਂ ਦੀ ਜਿਹੜੀ ਪਾਰਟੀ ਹੈ ਸਾਰੀ ਬਾਹਰ ਦੇ ਬੱਚੇ ਬੁਲਾ ਕੇ, ਬਾਹਰ ਦੇ ਆਊਟਸਾਈਡਰਸ ਬੁਲਾ ਕੇ ਆਪਣਾ ਧੱਕਾ ਦਿਖਾਉਂਦੇ ਨੇ, ਗੱਡੀਆਂ 'ਚ ਬੈਠ ਕੇ ਘੁੰਮਦੇ ਫਿਰਦੇ ਨੇ। ਅਕੈਡਮਿਕਸ ਦੇ ਬਾਰੇ ਗੱਲ ਤਾਂ ਕਰਦਾ ਹੀ ਨਹੀਂ ਕੋਈ।
ਕਿਉਂ ਜੀ? ਕਿਉਂਕਿ ਇਹਨਾਂ ਨੇ ਤਾਂ ਆਪਾਂ ਨੇ ਨਾ ਕਹਿ ਕੇ ਭਾਈ ਕਹਿ ਕੇ ਇਹਨਾਂ ਨੇ ਵੋਟਾਂ ਮੰਗ ਲੈਣੀਆਂ ਨੇ, ਕੰਮ ਉਹਨਾਂ ਦੇ ਕਰਨੇ ਨਹੀਂ। ਇਹਨਾਂ ਤੋਂ ਪੁੱਛੋ ਲਾਸਟ ਈਅਰ ਦਾ ਕਿਹੜਾ ਕੰਮ ਇਹਨਾਂ ਤੋਂ ਹੋਇਆ? ਕੋਈ ਨਹੀਂ ਹੋਇਆ। ਤੇ ਪੂਸੂ ਪਾਰਟੀ ਅਸੀਂ ਕਹਿੰਦੇ ਕਿ ਐਜ਼ ਅ ਸਟੂਡੈਂਟ ਸਾਡਾ ਸਭ ਤੋਂ ਮੇਨ ਮੁੱਦਾ ਹੈ ਜੌਬਸ। ਆਫਟਰ ਐਜੂਕੇਸ਼ਨ ਤੁਹਾਨੂੰ ਜੌਬ ਨਹੀਂ ਮਿਲੀ ਤਾਂ ਕੀ ਫਾਇਦਾ ਤੁਹਾਡੀ ਐਜੂਕੇਸ਼ਨ ਦਾ? ਸਾਡਾ ਫੋਕਸ ਹੈ ਪਲੇਸਮੈਂਟਸ ਦੇ ਉੱਤੇ। ਪਲੇਸਮੈਂਟ ਜੇ ਹੋਣਗੀਆਂ ਤਾਂ ਹੀ ਸਾਡਾ ਸੋਸਾਇਟੀ ਦੇ ਵਿੱਚ ਜੇ ਅਸੀਂ ਸਟੂਡੈਂਟ ਜਿਹੜੇ ਅੱਗੇ ਵਧਣਗੇ। ਹਾਂਜੀ ਮੈਮ ਕੀ ਕਹਿਣਾ ਚਾਹੋਗੇ? ਕਹਿ ਰਹੇ ਨੇ ਕਿ ਜੇਕਰ ਸਟੂਡੈਂਟ ਵਧਣਗੇ ਤਾਂ ਜੇਕਰ ਸਟੂਡੈਂਟ ਇੱਥੇ ਸਟੱਡੀ ਕਰਦੇ ਨੇ ਤਾਂ ਉਹਨਾਂ ਨੂੰ ਰੋਜ਼ਗਾਰ ਵੀ ਮਿਲਣਾ ਚਾਹੀਦਾ ਹੈ। ਕੀ ਇਹਨਾਂ ਦੇ ਨਾਲ ਸਹਿਮਤ ਹੈਗੇ ਹੋ ਕਿ ਕੁਝ ਇਸ ਤੋਂ ਇਲਾਵਾ ਹੋਰ ਕੋਈ ਮੁੱਦੇ ਹੋਣੇ ਚਾਹੀਦੇ ਨੇ ਜਾਂ ਫਿਰ ਵੈਕੈਂਸੀਜ਼ ਨੂੰ ਲੈ ਕੇ ਕੰਮ ਖਤਮ ਕਰ ਦੇਖੋ ਬਿਲਕੁਲ ਸਹੀ ਗੱਲ ਹੈ, ਰੋਜ਼ਗਾਰ ਹੋਣਾ ਚਾਹੀਦਾ ਹੈ, ਪਰ ਜੇ ਆਪਾਂ ਇੱਕ ਵੱਡੀ ਮਤਲਬ ਵੱਡੀ ਪਿਕਚਰ ਦੇਖੀਏ, ਬਾਹਰ ਵੀ ਅੱਜ ਆਪਣੇ ਕੋਲ ਰੋਜ਼ਗਾਰ ਨਹੀਂ ਹੈਗੇ ਤੇ ਜਿਹੜੇ ਇੱਥੇ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੀਆਂ ਸਰਕਾਰਾਂ ਨੇ ਬਾਹਰ ਉਹ ਜਿਹੜੇ ਆਪਦੇ ਰੋਜ਼ਗਾਰ ਮੰਗ ਰਹੇ ਨੌਜਵਾਨ ਉਹਨਾਂ ਦੇ ਸਿਰ ਪਾੜ ਰਹੀਆਂ ਨੇ, ਉਹਨਾਂ ਤੇ ਲਾਠੀ ਚਾਰਜ ਕਰ ਰਹੀਆਂ ਨੇ। ਮਤਲਬ ਦੇਖੋ ਪੂਰੇ ਪੰਜਾਬ 'ਚ ਵੀ ਜਦੋਂ ਆਪਾਂ ਫੈਕਲਟੀ ਦੀ ਗੱਲ ਕਰਨੇ ਆ 25 ਸਾਲਾਂ ਤੋਂ ਕੋਈ ਭਰਤੀ ਨਹੀਂ ਹੋਈ ਸੀ, ਉਦੋਂ ਵੀ PSU ਲਲਕਾਰ ਨੇ ਲੜ ਕੇ 1158 ਜਿਹੜੇ ਅਸਿਸਟੈਂਟ ਪ੍ਰੋਫੈਸਰ ਦਾ ਧਰਨਾ ਲਗਾ ਕੇ ਚੰਨੀ ਸਰਕਾਰ ਨੂੰ ਮਜਬੂਰ ਕੀਤਾ ਸੀ ਕਿ ਉਹ ਭਰਤੀਆਂ ਕੱਢੇ ਤੇ ਬਾਅਦ 'ਚ ਹੁਣ ਆਮ ਆਦਮੀ ਪਾਰਟੀ ਸਰਕਾਰ ਨੇ ਉਹਨੂੰ ਰੱਦ ਕਰਤਾ। ਹਾਲੀ ਵੀ ਉਹ ਲੜਾਈ ਜਾਰੀ ਹੈ ਤੇ ਉਵੇਂ ਇੱਥੇ ਵੀ ਜਿਹੜੀ ਪਰਮਾਨੈਂਟ ਫੈਕਲਟੀ ਹੈ ਉਹ ਲੜ ਕੇ ਆਏਗੀ, ਸਟੂਡੈਂਟ ਦਾ ਪ੍ਰੈਸ਼ਰ ਬਣਾ ਕੇ ਆਏਗੀ। ਤੇ ਦੂਜੀ ਗੱਲ ਇੱਥੇ ਜਿਹੜੀ ਆਪਾਂ ਕਹਿੰਦੇ ਆ ਵੀ ਆ ਯੂਨੀਵਰਸਿਟੀ ਹੈ ਨਾ, ਇੱਥੇ ਬਹੁਤ ਜ਼ਿਆਦਾ ਧਾਂਦਲੀਆਂ ਨੇ, ਇੱਥੇ ਮਿਸਮੈਨੇਜਮੈਂਟ ਬਹੁਤ ਜ਼ਿਆਦਾ ਹੈ। ਇੱਥੇ ਸਟੂਡੈਂਟਸ ਤੋਂ ਫੰਡਸ ਲਿੱਤੇ ਜਾਂਦੇ ਆ, ਫੀਸਾਂ ਲਿੱਤੀਆਂ ਜਾਂਦੀਆਂ, ਸੈਲਫ ਫਾਈਨੈਂਸ ਕੋਰਸਿਸ ਦੇ ਨਾਮ ਤੇ ਲੱਖ 1.5 ਲੱਖ ਇੱਕ ਬੱਚੇ ਤੋਂ ਲਿੱਤਾ ਜਾਂਦਾ ਹੈ, ਪਰ ਉਹ ਪੈਸਾ ਕਿੱਥੇ ਜਾਂਦਾ ਕਿਸੇ ਨੂੰ ਨਹੀਂ ਪਤਾ। ਫੀਸਾਂ ਦੇ ਨੋਟਿਸ 10 ਤੁਹਾਡੇ ਮੁਤਾਬਿਕ ਕਿੱਥੇ ਜਾਂਦਾ ਪੈਸਾ? ਉਹ ਦੇਖੋ ਪਿਛਲਾ VC ਵੀ ਇੱਥੇ ਕਰਪਸ਼ਨ ਦੇ ਚਾਰजेस ਤੇ ਰਿਜ਼ਾਈਨ ਦਿੱਤਾ ਸੀਗਾ ਤੇ ਸਾਰੀ ਜਿਹੜੀ ਪੈਸੇ ਖਾਣ ਵਾਲੀ ਜਿਹੜੀ ਇੱਥੇ ਚੱਲਦੀ ਹੈ ਆਪਦੀ ਜੇਬਾਂ 'ਚ ਪਾਉਣ ਵਾਲੀ ਗੱਲ ਚੱਲਦੀ ਹੈ, ਉੱਥੇ ਹੀ ਪੈਸਾ ਜਾਂਦਾ, ਹੋਰ ਕਿਤੇ ਨਹੀਂ ਜਾਂਦਾ। ਪਰ ਆਪਾਂ ਕਹਿੰਦੇ ਵੀ ਇਹ ਸਭ ਕੁਝ ਟਰਾਂਸਪੇਰੈਂਟ ਤਰੀਕੇ ਨਾਲ ਹੋਣਾ ਚਾਹੀਦਾ ਹੈ। ਹਰ ਮਹੀਨੇ ਸਟੂਡੈਂਟਸ ਦੇ ਸਾਹਮਣੇ ਇੱਕ ਬੈਲੈਂਸ ਸ਼ੀਟ ਆਉਣੀ ਚਾਹੀਦੀ ਹੈ ਵੀ ਕਿਹੜੇ ਡਿਪਾਰਟਮੈਂਟ 'ਚ ਉਹਨਾਂ ਦੀ ਫੀਸਾਂ ਨਾਲ ਕੀ ਖਰਚਾ ਹੋਇਆ, ਕੀ ਉਹਨਾਂ ਦੀ ਫੀਸਾਂ ਨਾਲ ਜਿਹੜਾ ਉਹਨਾਂ ਦਾ ਇਨਕਮ ਆਈ ਉਹ ਸਭ ਕਿੱਥੇ ਆਇਆ। ਤੇ ਇਸ ਤੋਂ ਬਿਨਾਂ ਜਿਹੜੀਆਂ ਮਤਲਬ ਸਕਾਲਰਸ਼ਿਪਸ ਨੇ ਉਹਨਾਂ ਵਾਸਤੇ ਜਿਹੜੇ ਫੰਡਸ ਆਉਂਦੇ ਨੇ, ਉਹਨਾਂ ਵਾਸਤੇ ਜਿਹੜੇ ਨੋਟਿਸਿਸ ਨਿਕਲਦੇ ਨੇ, ਅੱਡ-ਅੱਡ ਤਰ੍ਹਾਂ ਦੀਆਂ ਨੈਸ਼ਨਲ, ਇੰਟਰਨੈਸ਼ਨਲ, ਲੋਕਲ ਲੈਵਲ ਦੀਆਂ ਸਕਾਲਰਸ਼ਿਪਸ ਹੁੰਦੀਆਂ, ਉਹ ਸਾਰਿਆਂ ਦੇ ਜਿਹੜੇ ਨੋਟਿਸਿਸ ਨੇ ਉਹਨਾਂ ਵਾਸਤੇ ਚੰਗਾ ਸੈੱਲ ਬਣਨਾ ਚਾਹੀਦਾ ਹੈ ਤਾਂ ਕਿ ਜਿਹੜੇ ਇੱਥੋਂ ਦੂਰੋਂ ਹਰ ਘਰਾਣੇ ਦੇ ਹਰ ਤਬਕੇ ਦੇ ਬੱਚਿਆਂ ਦੇ ਉਹਨਾਂ ਨੂੰ ਇੱਕ ਪੜ੍ਹਨ ਵਾਸਤੇ ਇੱਕ ਮਦਦ ਹੋ ਸਕੇ। ਮੈਮ ਤੁਸੀਂ ਕਹਿ ਰਹੇ ਹੋ ਕਿ ਜੇ ਸਾਰਾ ਕੁਝ ਜਿਹੜਾ ਪਾਰਦਰਸ਼ੀ ਹੋਣਾ ਚਾਹੀਦਾ ਹੈ, ਕੀ ਲੋੜ ਪੈ ਗਈ ਕਿ ਸਿਰਫ ਸਟੂਡੈਂਟ ਨੂੰ ਹੀ ਇਹ ਚੀਜ਼ਾਂ ਪਾਰਦਰਸ਼ੀ ਜਿਹੜੀ ਹੈ ਉਹ ਦਿਖਾਉਣ ਦੀ ਮਜਬੂਰਨ ਹੁਣ ਇਲੈਕਸ਼ਨ ਦੇ ਵਿੱਚ ਜਿਹੜਾ ਵਾ ਆਪਣੀ ਆਵਾਜ਼ ਚੁੱਕਣੀ ਪੈ ਰਹੀ ਹੈ ਕਿ ਬਾਕੀ ਜਾਂ ਗਵਰਨਮੈਂਟ ਕੋਈ ਕੰਮ ਨਹੀਂ ਕਰ ਰਹੀ ਦੇ ਉੱਪਰ? ਦੇਖੋ ਪਾਰਦਰਸ਼ੀ ਤਾਂ ਇੱਥੇ ਬਿਲਕੁਲ ਵੀ ਨਹੀਂ ਹੈਗਾ। ਜੇ ਆਪਾਂ ਚਲੋ ਫੰਡਸ ਦੀ ਗੱਲ ਕਰ ਲਈ, ਹੋਸਟਲ ਦੀਆਂ ਸੀਟਾਂ ਦੀ ਵੀ ਗੱਲ ਕਰ ਲਈਏ, ਉੱਥੇ ਵੀ ਆਪਾਂ ਨੂੰ ਐਤਕੀ ਉਹਨਾਂ ਨੇ ਆਨਲਾਈਨ ਪੋਰਟਲ ਸਟਾਰਟ ਕੀਤਾ, ਉਹ ਵੀ ਸਾਡੀ ਇੰਨੇ ਟਾਈਮ ਦੀ ਮੰਗ ਸੀ, ਉਸ ਤੋਂ ਬਾਅਦ ਇਹ ਸ਼ੁਰੂ ਹੋਇਆ। ਉਸ ਤੋਂ ਬਿਨਾਂ ਵੀ ਜਿਹੜੇ ਇੱਥੇ ਗੈਸਟ ਬੇਸਿਸ ਤੇ ਹੋਸਟਲ ਮਿਲਦਾ ਨਾ, ਕਿਸੇ ਦੀ ਕਿਹੜੇ ਰੈਂਕ ਦੀ ਵੇਟਿੰਗ ਕਲੀਅਰ ਹੋਏਗੀ ਉਹ ਸਿਫਾਰਿਸ਼ ਤੇ ਡਿਪੈਂਡ ਕਰਦਾ ਹੈ। ਇੱਥੇ ਆਪਾਂ ਕਹਿੰਦੇ ਆ ਵੀ ਹਰ ਮਹੀਨੇ ਜਿਹੜੇ ਬੱਚੇ ਵੈਕੇਟ ਕਰਕੇ ਗਏ ਉਹਨਾਂ ਦੀ ਇੱਕ ਲਿਸਟ ਲੱਗੇ, ਕਿੰਨੇ ਰੂਮਸ ਨੇ ਹੋਸਟਲਸ, ਉਹ ਸਭ ਪਾਰਦਰਸ਼ੀ ਤਰੀਕੇ ਨਾਲ ਸਟੂਡੈਂਟਸ ਨੂੰ ਦੱਸਿਆ ਜਾਵੇ। ਕਿਉਂਕਿ ਦੇਖੋ ਅਸੀਂ ਪਿਛਲੀ ਵਾਰੀ ਵੀ ਇਹ ਮੁੱਦਾ ਚੁੱਕਿਆ ਸੀ ਤੇ ਅਸੀਂ ਕਿਹਾ ਸੀਗਾ ਸਾਨੂੰ ਤੁਸੀਂ ਆਪ ਇਮਾਨਦਾਰੀ ਨਾਲ ਦੱਸ ਦਿਓ ਕਿਹੜੀਆਂ ਹੋਸਟਲਸ ਕਿੰਨੀਆਂ ਸੀਟਾਂ ਖਾਲੀਆਂ, ਨਹੀਂ ਤਾਂ ਅਸੀਂ ਆਪ ਸਰਵੇ ਕਰਾਂਗੇ। ਤੇ ਅਸੀਂ ਸਾਰੇ ਹੋਸਟਲਾਂ ਜਾ ਕੇ ਆਏ, ਉੱਥੇ ਤਾਲੇ ਦੇਖੇ, ਕਿੰਨੇ ਕਮਰਿਆਂ 'ਚ ਪੁਰਾਣੇ ਮਿੱਟੀ ਦੇ ਭਰੇ ਤਾਲੇ ਲੱਗੇ, ਉਹ ਸਾਰੇ ਕਮਰੇ ਖਾਲੀ ਸੀਗੇ। ਉਹ ਕਿੰਨਾ ਵਾਸਤੇ ਰਿਜ਼ਰਵ ਸੀਗੇ? ਉਹ ਇਹਨਾਂ ਪਾਰਟੀਆਂ ਦੇ ਸਿਫਾਰਿਸ਼ ਵਾਲੇ ਬੱਚਿਆਂ ਵਾਸਤੇ ਰਿਜ਼ਰਵ ਸੀਗੇ। ਅਸੀਂ ਚਾਹੁੰਦੇ ਹਾਂ ਸਭ ਕੁਝ ਬੰਦ ਹੋਵੇ ਤੇ ਟਰਾਂਸਪੇਰੈਂਟ ਤਰੀਕੇ ਨਾਲ, ਐਫੀਸ਼ੀਐਂਟ ਤਰੀਕੇ ਨਾਲ ਇੱਥੇ ਸਟੂਡੈਂਟਸ ਵਾਸਤੇ ਕੰਮ ਹੋਏ। ਜੀ ਸਰ, ਪਿਛਲੇ ਸਾਲ ਤੁਸੀਂ ਸੈਕਿੰਡ ਨੰਬਰ ਤੇ ਸੀਗੇ, ਕੀ ਕੁਝ ਲੱਗਦਾ ਕਿ ਕੁਝ ਕਮੀਆਂ ਰਹਿ ਗਈਆਂ ਕਿ ਹੁਣ ਦੁਬਾਰਾ ਜਿਹੜਾ ਚੋਣਾਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਉਹ ਕਮੀਆਂ ਪੂਰੀਆਂ ਕਰਕੇ ਜਾਂ ਨਵੇਂ ਵਿਜ਼ਨ ਦੇ ਨਾਲ ਆਉਣ ਦੀ ਲੋੜ ਹੈ? सर पिछली बार भी AVP मजबूती से खड़ी थी, इस बार भी खड़ी है। पिछली बार क्या हुआ सर, यहाँ ना जो स्टूडेंट सिलेक्शंस होते हैं इसके अंदर अगर मंत्री MLA CM इंटरफेयर करेगा तो फिर स्टूडेंट इलेक्शन कैसे रह जाएंगे? सर मैं किसान का बच्चा हूँ, अब मैं कैसे चुनाव लड़ पाऊँगा अगर मेरे को मतलब मंत्री MLA सामने लड़ना पड़ गया? तो मैं उन्हें इतना कह रहा हूँ कि चलो ठीक है, आप मंत्री MLA हो, आप पंजाब यूनिवर्सिटी कैंपस के अंदर एडमिशन लो, आप चुनाव लड़ो, मैं आपके खिलाफ चुनाव लड़ूंगा। आप एज ए स्टूडेंट हमारे साथ चुनाव लड़ो ना। आप MLA मंत्री बन के आप वहाँ की पावर दिखाते हो, आप बच्चों को बोलते हो कि यहाँ पे आपकी माइनिंग में वो खाते खुलवा देंगे, वो करवा देंगे, मतलब बच्चों को बहकाया जाता है और होता उनके साथ कुछ भी नहीं है। मतलब हर बच्चा जो पिछली बार जिन्होंने इनको वोट दिए थी बहकावे में, आज वो परेशान है, इनके झूठे वादे वो पहचान चुका है, नकार चुका है। CVSS को पूरी पंजाब यूनिवर्सिटी नकार चुकी है। जो इनका पिछले साल का जीतने के बाद बिहेवियर है, किसी भी स्टूडेंट्स की इन्होंने रिस्पेक्ट नहीं करी है, अपने कार्यकर्ताओं की भी इन्होंने रिस्पेक्ट नहीं करी है। जीतने के बाद ये कैंपस के अंदर नहीं दिखे, ना इन्होंने स्टूडेंट्स के मुद्दे उठाए हैं, ना स्टूडेंट्स की बातों पर खरे उतरे हैं। तो CVSS को इस बार पंजाब यूनिवर्सिटी नकार चुकी है और AVP इस बार मजबूती के साथ खड़ी है। इस समय AVP सबसे मजबूत स्टूडेंट ऑर्गेनाइजेशन है कैंपस के अंदर, जो हर एक स्टूडेंट तक रीच कर चुकी है और आगे भी ऐसे स्टूडेंट्स के पास रहेगी, 24/7 स्टूडेंट्स के बीच में रहेगी, 365 डेज अवेलेबल रहेगी सर। ਤੁਸੀਂ ਕਹਿ ਰਹੇ ਹੋ ਕਿ CYS ਨੇ ਕੰਮ ਨਹੀਂ ਕੀਤਾ ਤਾਂ ਬਾਕੀ ਜਿਹੜੀਆਂ ਇੱਥੇ ਵੋਟਾਂ ਲੈਣ ਤੋਂ ਬਾਅਦ ਦਿਖਦੇ ਨਹੀਂ ਹੈਗੇ ਕਿ ਹੁਣ ਤੁਸੀਂ ਆਪਣੇ ਜਿਹੜਾ ਵਿਜ਼ਨ ਲੈ ਕੇ ਆਏ ਹੋ ਕਿ ਵਿਜ਼ਨ ਦੌਰਾਨ
ਆਪਣਾ ਪ੍ਰੋਪਰ ਤਰੀਕੇ ਨਾਲ ਕੰਮ ਕਰ ਪਾਓਗੇ ਜਾਂ ਫਿਰ ਤੁਹਾਨੂੰ ਲੱਗਦਾ ਕਿ ਕੋਈ ਮੈਨੇਜਮੈਂਟ ਤੁਹਾਨੂੰ ਕੰਮ नहीं ਕਰਨ ਦੇਗੀ? ऐसा कुछ भी नहीं सर, एबीपी पिछले लास्ट 3 इलेक्शन से सेकंड नंबर पे आ रही है सर। इसी वजह से आ रही है क्योंकि एबीपी 24/7 365 डेज स्टूडेंट्स के बीच में रहती है। हारे जीते ये तो बात की बात है सर, लेकिन हमारा जो मेन मोटिव है स्टूडेंट्स वेलफेयर है सर। स्टूडेंट वेलफेयर कैसे होगा सर? स्टूडेंट्स के बीच में रह के होगा, स्टूडेंट्स की आवाज़ उठा के होगा, स्टूडेंट के साथ खड़ा होके होगा जी। और एबीपी ऐसा ही करती आई और मैं वादा करता हूँ, और मैं खुद एज ए प्रेजिडेंशियल कैंडिडेट पंजाब यूनिवर्सिटी को एक वादा करता हूँ कि प्लीज़ इस बार हमें वोट देना। हम 24/7 आपके बीच में रहेंगे, अगली बार अपने मुद्दों को सोल्व करके ही आपके बीच में आएंगे। अगर ऐसा नहीं होता तो फिर आप एबीपी को वोट मत देना। तो प्लीज़ इस बार एक मौका मांग रहे हैं आप लोगों से हाथ जोड़ के कि प्लीज़ इस बार एक मौका एबीपी को देना। पिछले 3 साल से रनर अप रह रही है, इस बार आप लोग जिताने का काम करें अच्छी स्थिति में एबीपी, क्योंकि एबीपी 24/7 काम कर रही है। धन्यवाद। ਕਹਿੰਦੇ ਨੇ ਕਿ ਅਸੀਂ ਕੰਮ ਕੀਤੇ ਆ, ਲੋਕਾਂ ਦੇ ਵਿੱਚ ਰਹਿ ਰਹੇ ਆ, ਸਟੂਡੈਂਟ ਦੇ ਵਿੱਚ ਰਹਿ ਰਹੇ ਆ, ਤੇ ਬਾਕੀ ਜਿਹੜੀ ਆ ਪਾਰਟੀਆਂ ਹੈਗੀਆਂ ਨੇ ਸਟੂਡੈਂਟ ਦੇ ਨਾਲ ਨਹੀਂ ਰਹਿ ਰਹੀਆਂ। ਇਹਨਾਂ ਨੇ ਬਹੁਤ ਸੋਹਣੇ ਇਲਜ਼ਾਮ ਲਾਏ ਆ ਸਾਰਿਆਂ ਤੇ, ਬਿਲਕੁਲ ਸਹੀ ਵੀ ਲਾਏ ਨੇ ਕਿ ਐਮਪੀ ਐਮਐਲਏ ਆ ਰਹੇ ਆ, ਰਾਜਨੀਤੀ ਕਰ ਰਹੇ ਆ, ਪਰ ਇਹ ਗੱਲ ਦੱਸ ਦੇਣ ਵੀ ਇਹਨਾਂ ਦੀ ਪਾਰਟੀ ਜਿਹੜੀ ਹੈ ਉਹ ਸਭ ਨਾਲੋਂ ਅਲੱਗ ਕਿਵੇਂ ਹੈ। ਇੱਥੇ ਇਹਨਾਂ ਦੇ ਵੀ ਬਾਹਰੋਂ ਬੰਦੇ ਆਉਂਦੇ, ਆਰਐਸਐਸ ਦੇ ਬੰਦੇ ਆਉਂਦੇ ਆ, ਇਹਨਾਂ ਨੂੰ ਰਾਜਨੀਤੀ ਸਿਖਾਉਂਦੇ ਆ, ਤੇ ਇਹਨਾਂ ਦੇ ਗੈਸਟ ਹਾਊਸ ਵਿੱਚ ਮੀਟਿੰਗਾਂ ਹੁੰਦੀਆਂ, ਸੀਕ੍ਰੇਟ ਤੌਰ ਤੇ ਮੀਟਿੰਗਾਂ ਹੁੰਦੀਆਂ। ਪਹਿਲਾਂ ਕਿਹਾ ਜਾਂਦਾ ਵੀ ਕੋਈ ਲੈਕਚਰ ਹੋ ਰਿਹਾ, ਫਿਰ ਅੰਦਰ ਪਤਾ ਚੱਲੇ ਕਿ ਆ ਤਾਂ ਆਰਐਸਐਸ ਦੀ ਮੀਟਿੰਗ ਸੀ। ਇਹਨਾਂ ਦੇ ਕੈਂਡੀਡੇਟਸ ਵੀ ਉੱਥੋਂ ਫਾਈਨਲ ਹੁੰਦੇ, ਉਹੀ ਆ ਕੇ ਅਨਾਉਂਸ ਕਰਦੇ ਆ। ਤੇ ਦੂਜੀ ਗੱਲ ਮਤਲਬ ਅਥਾਰਟੀਜ਼ ਦੇ ਨਾਲ ਮਿਲ ਕੇ ਰਿਸਰਚ ਸਕਾਲਰਸ ਤੱਕ ਤੇ ਪ੍ਰੈਸ਼ਰ ਬਣਾਉਣਾ, ਇਹਨਾਂ ਦੀਆਂ ਸਾਰੀਆਂ ਜਿਹੜੀਆਂ ਗੱਲਾਂ ਨੇ ਸਟੂਡੈਂਟਸ ਚੰਗੀ ਤਰ੍ਹਾਂ ਜਾਣਦੇ ਨੇ। ਤੇ ਮਤਲਬ ਇਹ ਜਦੋਂ ਸਾਰੀਆਂ ਆਰਗੇਨਾਈਜੇਸ਼ਨਸ ਇੱਥੇ ਉਹਨਾਂ ਐਮਪੀ ਐਮਐਲਏ ਦਾ ਵਿਰੋਧ ਕਰ ਰਹੀਆਂ ਸੀ, ਖੜੇ ਹੋ ਕੇ ਨਾਅਰੇਬਾਜ਼ੀ ਕਰ ਰਹੀਆਂ ਸੀ, ਪੀਐਸਯੂ ਲਲਕਾਰ ਨੂੰ ਉਹਨਾਂ ਨੂੰ ਘੇਰਿਆ ਸੀਗਾ ਤੇ ਉਹਨਾਂ ਨੂੰ ਇੱਥੋਂ ਭਜਾਇਆ ਸੀਗਾ, ਉਸ ਟਾਈਮ ਤੇ ਇਹਨਾਂ ਦੀ ਆਰਗੇਨਾਈਜੇਸ਼ਨ ਕਿੱਥੇ ਸੀਗੀ? ਕਿਉਂ ਨਹੀਂ ਸੀਗੀ? ਕਿਉਂਕਿ ਇਹਨਾਂ ਨੇ ਆਪਦੇ ਵੀ ਤਾਂ ਇੱਥੇ ਐਮਪੀ ਐਮਐਲਏ ਬੁਲਾਣੇ, ਆਪਦੇ ਵੀ ਤਾਂ ਇਹਨਾਂ ਨੇ ਬਾਹਰ ਦੇ ਬੰਦੇ ਬੁਲਾਣੇ ਆ। ਤਾਂ ਮਤਲਬ ਇਹਨਾਂ 'ਚ ਤੇ ਜਿਹੜੀਆਂ ਮਨੀ ਮਸਲ ਪਾਰ ਦੀ ਪੋਲੀਟਿਕਸ ਕਰਦੇ ਕੋਈ ਫਰਕ ਨਹੀਂ ਹੈਗਾ, ਸਾਰੇ ਇੱਕੋ ਸਾਲੀ ਦੇ ਚੱਟੇ ਬੱਟੇ ਨੇ। ਤੇ ਆ ਸਿਰਫ ਇੱਕ ਪ੍ਰੋਜੈਕਟ ਕਰਨਾ ਚਾਹੁੰਦੇ ਵੀ ਅਸੀਂ ਤਾਂ ਬੜੀ ਕੋਈ ਵੱਡੀ ਸਟੂਡੈਂਟਸ ਦੀ ਆਰਗੇਨਾਈਜੇਸ਼ਨ। ਇਹਦੇ 'ਚ ਮੈਂ ਇੱਕ ਗੱਲ ਕਰਨੀ ਚਾਹਾਂਗਾ, ਹੁਣੇ ਇਹਨਾਂ ਨੇ ਕਿਹਾ ਮੈਂ ਕਿਸਾਨ ਦਾ ਬੇਟਾ ਹਨਾ, ਏਬੀਵੀਪੀ ਦੇ ਵਿੱਚ ਉਹਨਾਂ ਨੂੰ ਕੈਂਡੀਡੇਟ ਲਾਇਆ ਜਾਂਦਾ। ਮੈਂ ਇੱਕ ਸਵਾਲ ਕਰਨਾ ਇਹਨਾਂ ਨੂੰ ਸਿਰਫ ਵੀ ਪਿਛਲੇ ਸਾਲ ਜਿਹੜਾ ਤੁਹਾਡਾ ਕੈਂਡੀਡੇਟ ਸੀਗਾ ਉਹ ਕਿਹੜੇ ਕਿਸਾਨ ਦਾ ਬੇਟਾ? ਇਹ ਸਾਰਿਆਂ ਨੂੰ ਪਤਾ ਹੈ। ਹਰਿਆਣੇ ਦੇ ਵਿੱਚ ਮੰਤਰੀ ਰਹਿ ਚੁੱਕੇ ਨੇ, ਉਹਨਾਂ ਦਾ ਭਾਂਜਾ ਹੈਗਾ, ਤੇ ਉਹਦੀ ਐਡਮਿਸ਼ਨ ਦਾ ਵੀ ਸਾਰਿਆਂ ਨੂੰ ਪਤਾ ਵੀ ਕਿਵੇਂ ਧਾਂਦਲੀ ਦੇ ਨਾਲ ਐਡਮਿਸ਼ਨ ਕਰਾਈ ਗਈ ਹੈ। ਵੀ ਇਹ ਭਾਵੇਂ CYSS ਹੋਵੇ, ਭਾਵੇਂ ABVP ਹੋਵੇ, ਜਾਂ ਹੋਰ ਜਿਹੜੀਆਂ ਜਥੇਬੰਦੀਆਂ ਹੋਣ, ਸਾਫ਼ ਤੌਰ ਤੇ ਇਹੋ ਜਿਹੇ ਕੈਂਡੀਡੇਟ ਲਾਉਂਦੀਆਂ ਨੇ ਜਿਨ੍ਹਾਂ ਦੇ ਲਿੰਕ ਹੁੰਦੇ ਨੇ। ਕੋਈ ਮੰਤਰੀ ਦਾ ਮੁੰਡਾ ਲਾਇਆ ਜਾਂਦਾ ਜਾਂ ਫਿਰ ਕੋਈ ਇਹੋ ਜਿਹਾ ਲਾਇਆ ਜਾਂਦਾ ਜਿਹਦੇ ਪਿੱਛੇ ਵੀ ਆਪਾਂ ਕਹਿ ਦਈਏ ਪੈਸੇ ਦਾ ਬਹੁਤ ਵੱਡਾ ਪਹਾੜ ਹੈ। ਦੂਜੀ ਗੱਲ ਮਤਲਬ ਹੁਣੇ ਤੁਸੀਂ ਵੇਖਿਆ ਇਹ ਮਤਲਬ ਹਾੜੇ ਕੱਢਣ ਤੱਕ ਵੀ ਆ ਜਾਂਦੇ ਨੇ। ਮਤਲਬ ਪਲੀਜ਼ ਇਹ ਨੀਤੀ ਹੈ। ਕਿਉਂ ਹੁਣ ਤੁਸੀਂ ਕੰਮ ਨਹੀਂ ਕਰੋਗੇ ਯੂਨੀਵਰਸਿਟੀ ਦੇ ਵਿੱਚ ਤਾਂ ਤੁਸੀਂ ਇੱਥੋਂ ਤੱਕ ਜਾਓਗੇ ਵੀ ਤੁਸੀਂ ਪੈਰ ਫੜਨੇ ਪੈਣਗੇ ਤੁਹਾਨੂੰ ਸਟੂਡੈਂਟਾਂ ਦੇ। ਪਰ ਜੇ ਤੁਸੀਂ ਇੱਥੇ ਕੰਮ ਕਰ ਰਹੇ ਹੋ, ਜੇ ਤੁਸੀਂ ਇੱਥੇ 24 ਘੰਟੇ ਮੌਜੂਦ ਹੋ, ਤਾਂ ਸਟੂਡੈਂਟ ਤੱਕ ਤੁਹਾਡੀ ਗੱਲ ਹੈ ਉਹ ਹਾੜੇ ਦੇ ਰੂਪ 'ਚ ਨਹੀਂ ਜਾਣੀ ਚਾਹੀਦੀ ਹੈ ਨਾ, ਉਹ ਇੱਕ ਦਲੀਲ ਦੇ ਰੂਪ 'ਚ ਜਾਣੀ ਚਾਹੀਦੀ ਹੈ ਜਿੱਥੇ ਪੂਰੀ ਤਰ੍ਹਾਂ ਨਾਕਾਮ ਰਹੇ ਨੇ। ਸੋ ਸਿੱਧੀਆਂ ਇਹ ਬੇਬੁਨਿਆਦ ਗੱਲਾਂ ਨੇ। ਹਰ ਜਥੇਬੰਦੀ ਜਿਹੜੀ ਇੱਥੇ ਅੱਜ ਕੰਮ ਕਰ ਰਹੀ ਹੈ ਸਿੱਧੇ ਤੌਰ ਤੇ ਉਤਰੀਆਂ ਪਾਰਟੀਆਂ ਦੇ ਇਸ਼ਾਰਿਆਂ ਤੇ ਨੱਚਦੀ ਹੈ। ਇੱਥੇ ਆਪਦੀ ਚਮਕ ਦਮਕ ਵਿਖਾਉਣ ਆਉਂਦੇ ਆ। ਅਗਲੇ ਸਾਲ ਚੋਣਾਂ ਆ ਰਹੀਆਂ ਨੇ ਲੋਕ ਸਭਾ ਦੀਆਂ, ਉਹਦੇ ਵਿੱਚ ਵੋਟਾਂ ਹਾਸਲ ਕਰਨੀਆਂ ਨੇ ਤੇ ਤਾਂ ਕਰਕੇ ਇੱਥੋਂ ਵੋਟ ਬੇਸ ਤਿਆਰ ਕਰਕੇ ਆਉਂਦੇ ਨੇ। ਪਿਛਲੀ ਸਾਲ ਜਿਹੜਾ ਜਿੱਤਿਆ ਸੀ ਇੱਥੋਂ, ਕੀ ਉਹ ਇੱਥੇ ਦਿਸਿਆ? ਹਰਿਆਣੇ ਵਿੱਚ ਜਾ ਕੇ, ਹਿਮਾਚਲ ਦੇ ਵਿੱਚ ਜਾ ਕੇ ਕੰਪੇਨ ਕਰਾਉਂਦਾ ਰਿਹਾ। ਤਾਂ ਇੱਥੇ ਕਿਹੜੀਆਂ ਸਰਕਾਰਾਂ ਨੇ? ਇੱਥੇ ਮਸਲੇ ਕਿਤੇ ਨਹੀਂ ਰਹਿ ਜਾਂਦੇ ਹੈ ਨਾ। ਇਹ ਆਪਦੀ ਰਾਜਨੀਤੀ ਕਰਦੇ ਨੇ ਪੂਰੀ ਵੋਟ ਪੋਲਿਟਿਕਸ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰ ਇਸ ਸਾਰੇ ਬਿਆਨ ਨੂੰ? देखो जी, जो ये पॉलिटिकल पार्टी, हाँ जी, जो भी ये पॉलिटिकल पार्टी हैं जी, ये इलेक्शन लड़ने से पहले ही बातचीत कर लेती हैं भी अगर मैं आपकी पार्टी से इलेक्शन जीत जाता हूँ तो मुझे कहाँ से टिकट मिलेगी। टिकट का भी पहले ही फाइनल हो जाता है जी इलेक्शन में खड़े होने से पहले। जीतना ना जीतना वो सारी बाद की बातें होती हैं, इनका पहले ही फाइनल हो जाता है भी अगर मैं यहाँ से जीतता हूँ तो मेरी टिकट मेरे हल्के में वहाँ से पक्की करो जी, अगर नहीं पक्की करते मैं आज ही इलेक्शन नहीं लड़ रहा। ठीक है जी, पर हमारा ऐसा कोई मुद्दा नहीं है जी। स्टूडेंट्स की पार्टी है, स्टूडेंट्स के बीच में ही रहते हैं और स्टूडेंट के बीच में रहकर स्टूडेंट्स के ही काम करवाएंगे। तो अब की बार पूरी पंजाब यूनिवर्सिटी ने माहौल बना लिया है कि स्टूडेंट पार्टी को ही काउंसिल के अंदर लेके आना है और हमारी HSA पार्टी है जी। पार्टी का बेस अच्छा है, किसी पॉलिटिकल MLA की हमें कोई सपोर्ट की ना ज़रूरत है ना ही हम लेने वाले। ठीक है जी, स्टूडेंट की पार्टी है, स्टूडेंट इसको चला रहे हैं, कोई हमारे साथ आउटसाइडर नहीं है। जितने बच्चे हैं जनरल यूनिवर्सिटी के अंदर एडमिशन है, तो अब की बार स्टूडेंट एसोसिएशन यूनिवर्सिटी के अंदर जीतेगी और HSA पार्टी सबसे स्टूडेंट पार्टी में स्ट्रॉन्ग चल रही है। ਸਰ ਬਲੇਮ ਲੱਗ ਰਿਹਾ ਜੀ ਕਿ MLS ਦੇ ਨਾਲ ਸੈਟਿੰਗਾਂ ਹੋ ਜਾਂਦੀਆਂ ਵੋਟਾਂ ਦੀਆਂ ਤੇ ਸੀਟਾਂ ਦੀਆਂ,
ਸਰ ਜਿਹੜੇ ਐਮਐਲਏ ਆਪਣੀ ਕਨਸਟੀਟੂਐਂਸੀ ਨਹੀਂ ਸੰਭਾਲ ਸਕਦੇ ਉਹ ਯੂਨੀਵਰਸਿਟੀ ਦੇ ਇਲੈਕਸ਼ਨ ਕੈਂਪੇਨ ਸੰਭਾਲ ਰਹੇ ਨੇ। ਇਹਨਾਂ ਤੋਂ ਪੁੱਛੋ, ਬਾਹਰ ਤੁਸੀਂ ਆਪਣੇ ਕੰਮਕਾਰ ਛੱਡ ਕੇ ਬਾਹਰ ਗੈਸਟ ਹਾਊਸਾਂ 'ਚ ਬੈਠ ਕੇ ਤੁਸੀਂ ਇੱਥੇ ਇਲੈਕਸ਼ਨ ਕੈਂਪੇਨ ਸੰਭਾਲ ਰਹੇ ਹੋ, ਤੁਸੀਂ ਆਪਣੇ ਕੰਮ ਕਰ ਲਓ। ਇੱਥੇ ਸਟੂਡੈਂਟ ਪੋਲਿਟਿਕਸ ਆ, ਸਟੂਡੈਂਟਸ ਦੇ ਹੱਥ 'ਚ ਦੇ ਦਿਓ, ਅਸੀਂ ਖੁਦ ਸਾਂਭ ਲਾਂਗੇ। ਅਸੀਂ ਇੰਨੇ ਕੇਪੇਬਲ ਹਾਂ, ਅਸੀਂ ਐਡਮਿਸ਼ਨ ਲਿੱਤੀ ਹੈ ਯੂਨੀਵਰਸਿਟੀ ਦੇ ਵਿੱਚ, ਅਸੀਂ ਇੰਨੇ ਐਲੀਜੀਬਲ ਹਾਂ ਕਿ ਆਪਣੇ ਮੁੱਦੇ ਆਪਾਂ ਖੁਦ ਆਪਸ 'ਚ ਬੈਠ ਕੇ ਸੋਲਵ ਕਰ ਸਕਣ। ਤੇ ਪੰਜਾਬ ਯੂਨੀਵਰਸਿਟੀ ਇਸੀ ਆਈਡੀਆ ਦੇ ਨਾਲ ਬਣੀ ਸੀਗੀ ਤੇ ਅਸੀਂ ਜਿਹੜੇ ਬਾਹਰ ਦੀ ਪਾਰਟੀਆਂ ਦੇ ਡਿਵਾਈਸਿਵ ਪੋਲਿਟਿਕਸ ਜਿਹੜੇ ਖੇਲ ਰਹੇ ਨੇ ਯੂਨੀਵਰਸਿਟੀ ਦੇ ਵਿੱਚ ਉਹਦੇ ਸਖਤ ਖਿਲਾਫ ਹੈ ਤੇ ਸਟੂਡੈਂਟ ਵੀ ਤੰਗ ਆ ਗਏ ਨੇ ਇਹਨਾਂ ਦੀ ਪੋਲਿਟਿਕਸ ਤੋਂ। ਤੇ ਇਸ ਵਾਰੀ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਕਾਉਂਸਲ ਦੇ ਵਿੱਚ ਬੈਠ ਕੇ ਇਹਨਾਂ ਨੂੰ ਬਾਹਰ ਕੱਢੂਗੀ ਤੇ ਤੁਸੀਂ ਦੇਖਦੇ ਰਹੋ ਵਾਪਸ ਸਟੂਡੈਂਟ ਕਾਉਂਸਲ ਸਟੂਡੈਂਟ ਪਾਰਟੀ ਨੋਨ ਪੋਲੀਟੀਕਲ ਕਾਉਂਸਲ ਦੇ ਵਿੱਚ ਆਊਗੀ ਵਾਪਸ। ਤਾਂ ਫਿਰ ਜੇਕਰ ਜੇ ਇਲਜ਼ਾਮ ਲੱਗ ਰਹੇ ਨੇ ਕਹਿੰਦੇ ਪਹਿਲੇ ਸੈਟਿੰਗਾਂ ਹੋ ਜਾਂਦੀਆਂ ਸਾਰਾ ਕੁਝ ਹੋ ਜਾਂਦਾ ਫਿਰ ਧਰਨੇ ਵੀ ਜਿਹੜੇ ਨੇ ਇੱਕ ਨਾ ਮਾਤਰੀ ਲੱਗਦੇ ਨੇ, ਕੀ ਫਿਰ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਜਿਹੜੇ ਬਲੇਮ ਹੈ ਕੀ ਸੱਚ ਨੇ ਸਾਰੇ? ਸਰ ਜਿਹੜਾ ਉਹਨਾਂ ਦਾ ਮਕਸਦ ਹੀ ਜਦ ਉਹਨਾਂ ਦੀ ਪੇਰੈਂਟ ਬੋਡੀ ਨੂੰ ਸੈਟੀਸਫਾਈ ਕਰਨਾ ਹੈ, ਇਹਨਾਂ ਦੇ ਆ ਕੇ ਬਾਹਰੋਂ ਮੰਤਰੀ ਜੇ ਆ ਹੀ ਰਹੇ ਇੰਨੀ ਇੰਟਰਫੇਰੈਂਸ ਹੋ ਰਹੀ ਹੈ ਤਾਂ ਉਹਦਾ ਮਤਲਬ ਇਹੀ ਹੈ ਨਾ ਜੈਨੂਅਲੀ ਉਹਨਾਂ ਨੂੰ ਸਟੂਡੈਂਟ ਵਾਸਤੇ ਤਾਂ ਕੁਝ ਨਹੀਂ ਕਰਨਾ, ਉਹਨਾਂ ਨੇ ਤਾਂ ਆਪਣੇ ਵੋਟ ਬੈਂਕ ਕਰਨੇ ਨੇ, ਅਗਲੇ ਚੁਣਾਵ ਆਣੇ ਨੇ, ਉਹਨਾਂ ਨੇ ਆਪਣੇ ਬੰਦੇ ਲੈ ਕੇ ਜਾਣੇ ਨੇ। ਉਹ ਨਹੀਂ ਹੈ ਸਰ ਉਹਨਾਂ ਦਾ ਸਟੂਡੈਂਟ ਵਾਸਤੇ। ਤੇ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਜਿਹੜੇ ਹੈਗੇ ਆ ਸਟੂਡੈਂਟ ਹੀ ਚਲਾਉਂਦੇ ਨੇ, ਸਟੂਡੈਂਟ ਹੀ ਇਹਨਾਂ ਦੇ ਪਾਰਟ ਨੇ, ਸਾਰੀ ਡਿਸੀਜਨ ਮੇਕਿੰਗ ਸਟੂਡੈਂਟ ਕਰਦੇ ਨੇ। ਤੇ ਆਪਾਂ ਨੂੰ ਸਟੂਡੈਂਟਸ ਨੂੰ ਮੈਂ ਪੰਜਾਬ ਯੂਨੀਵਰਸਿਟੀ ਨੂੰ ਇਹੀ ਰਿਕੁਐਸਟ ਕਰਾਂਗਾ ਕਿ ਪਲੀਜ਼ ਐਜ਼ ਅ ਨੋਨ ਪੋਲੀਟੀਕਲ ਸਟੂਡੈਂਟ ਯੂਨੀਅਨ ਨੂੰ ਪਲੀਜ਼ ਸਪੋਰਟ ਕਰੋ। ਬਾਹਰ ਵਾਲੀ ਪੋਲਿਟਿਕਸ ਬਾਹਰ ਰਹਿਣ ਦਿਓ, ਇੱਥੇ ਆਪਾਂ ਇੱਕ ਪ੍ਰੋਗਰੈਸਿਵ ਮਾਹੌਲ ਬਣਾਉਣਾ ਹੈ ਸਟੂਡੈਂਟ ਦੀ ਡਿਵੈਲਪਮੈਂਟ ਵਾਸਤੇ, ਕੈਂਪਸ ਦੀ ਪੀਸ ਵਾਸਤੇ। ਮੈਂ ਰਿਕੁਐਸਟ ਕਰਾਂਗਾ ਪਲੀਜ਼ ਨੋਨ ਪੋਲੀਟੀਕਲ ਸਟੂਡੈਂਟ ਯੂਨੀਅਨ ਨੂੰ ਮੌਕਾ ਦਿਓ ਪਲੀਜ਼। ਥੈਂਕ ਯੂ। ਮੈਂ ਸਾਰੀ ਪਾਰਟੀਆਂ ਤੋਂ ਇੱਕ ਸਵਾਲ ਕਾਮਨ ਸਵਾਲ ਕਰਨਾ ਚਾਹਾਂਗਾ ਕਿ ਜੇਕਰ ਸਾਰੇ ਕੁਝ ਯੂਨੀਵਰਸਿਟੀ ਵਾਸਤੇ ਸੋਚ ਰਹੇ ਨੇ ਕਿ ਜੇਕਰ ਸਟੂਡੈਂਟ ਦੀ ਭਲਾਈ ਦੇ ਲਈ ਸੋਚ ਰਹੇ ਨੇ ਫਿਰ ਵੱਖ-ਵੱਖ ਪਾਰਟੀਆਂ ਬਣਾਉਣ ਦਾ ਮਕਸਦ ਕੀ ਹੈ? ਦੇਖੋ ਜੀ, ਕੋਈ ਵੀ ਆਪਾਂ ਇੰਨੀ ਲੰਬੀ ਇੱਥੇ ਗੱਲ ਕਰ ਚੁੱਕੇ ਹਾਂ, ਸਾਰੇ ਜਿਹੜੇ ਇੱਥੇ ਨੇ ਉਹ ਆਪਦੇ ਪੋਲੀਟੀਕਲ ਕਰੀਅਰ ਵਾਸਤੇ ਆਏ ਆ, ਮਨੀ ਮਸਲ ਦੀ ਪੋਲਿਟਿਕਸ ਕਰ ਰਹੇ ਆ, ਤਾਂ ਇਹਨਾਂ ਨਾਲ ਕੋਈ ਇੱਕ ਅਲਾਈਅੰਸ ਨਹੀਂ ਬਣ ਸਕਦਾ, ਕਦੇ ਵੀ ਨਹੀਂ ਬਣ ਸਕਦਾ। ਅਸੀਂ ਜਿਹੜੀ ਜਿੰਨੀ ਵੀ ਆ ਮਨੀ ਮਸਲ ਪਾਰਟੀ ਪੋਲਿਟਿਕਸ ਹੈ ਉਹਦੇ ਖਿਲਾਫ ਖੜੇ ਆ ਤੇ ਹਮੇਸ਼ਾ ਡਟ ਕੇ ਖੜੇ ਰਵਾਂਗੇ ਤੇ ਸਟੂਡੈਂਟਸ ਦੇ ਨਾਲ ਖੜੇ ਆ। ਸਰ ਤੁਹਾਡੇ ਤੇ ਐਲੀਗੇਸ਼ਨ ਲੱਗੇ ਸੀਗੇ ਵੀ ਬਾਕੀ ਪਾਰਟੀਆਂ ਦੇ ਨਾਲ ਮੀਟਿੰਗਾਂ ਹੁੰਦੀਆਂ ਨੇ, ਫਾਰਮ ਹਾਊਸ ਤੇ ਮੀਟਿੰਗਾਂ ਹੁੰਦੀਆਂ ਨੇ, ਉਸ ਤੋਂ ਬਾਅਦ ਜਿਹੜਾ ਵਾ ਡਿਸਾਈਡ ਕੀਤਾ ਜਾਂਦਾ ਸਾਰਾ ਕੁਝ ਕਿ ਕੀ ਕੁਝ ਕਰਨਾ ਹੈ। ਕੀ ਬਲੇਮ ਦੇ ਉੱਤੇ ਸਹਿਮਤ ਹੈਗੇ ਹੋ ਕਿ ਆਰਐਸਐਸ ਦੇ ਜਿਹੜੇ ਬੰਦਿਆਂ ਨੂੰ ਤੁਸੀਂ ਲੈ ਕੇ ਆਉਂਦੇ ਕੰਪੇਨਿੰਗ ਵਾਸਤੇ? सर पंजाब यूनिवर्सिटी के अंदर सिर्फ अखिल भारतीय विद्यार्थी परिषद के ही खुद के कार्यकर्ता डिपार्टमेंट के स्टूडेंट्स हैं। हमारी ऑर्गेनाइजेशन के अंदर कोई भी बाहर का स्टूडेंट नहीं है सर। ये तो एग्ज़ाम है सर, हवा में लगा रहे हैं तो बोलने का कहीं नहीं बोल सकते हैं सर। लेकिन आप देखना पूरे कैंपस में जहाँ जहाँ भी आप घूमोगे, आप अखिल भारतीय विद्यार्थी परिषद के किसी भी कार्यकर्ता से मिलोगे, वो स्टूडेंट्स यूनिवर्सिटी के ही मिलेंगे, हर डिपार्टमेंट से स्टूडेंट्स मिलेंगे। तभी तो एबीपी वर्सेस ऑल होता है सर कि इतने सारे लोग जुड़े हुए हैं, एक सोच के साथ जुड़े हुए हैं, एक स्टूडेंट्स वेलफेयर के साथ जुड़े हुए हैं, तभी तो एबीपी वर्सेस ऑल होता है सर। तो कैंपस के स्टूडेंट्स हैं सर, वोटें तो यहीं डालते हैं सर लोग, तो इन्हीं लोगों की उससे ही हम मतलब पिछली बार भी हम सेकंड नंबर पे रहे थे, तो जितने लोगों ने सहयोग दिया था मैं उनका सबका धन्यवाद करता हूँ सर। इस बार और मजबूती के साथ सर हम चुनाव में आ रहे हैं। ਸਰ ਕਹਿੰਦੇ ਨੇ ਕਿ ਏਬੀਪੀ ਦੇ ਨਾਲ ਟੱਕਰ ਹੈ ਜੀ ਸਾਰਿਆਂ ਦੀ, ਕਿਸ ਤਰ੍ਹਾਂ ਦੇਖਦੇ ਹੋ? ਪਿਛਲੇ ਚੋਣਾਂ ਤੋਂ ਬਾਅਦ ਏਬੀਵੀਪੀ ਪੂਰਾ ਸਾਲ ਕੈਂਪਸ 'ਚ ਇੱਕ ਦਿਨ ਵੀ ਨਹੀਂ ਦਿਖੀ। ਹੁਣ ਇਹ ਫੇਰ ਤੋਂ ਆ ਜਾਂਦੇ ਨੇ ਤੇ ਕਹਿੰਦੇ ਨੇ ਜੀ ਅਸੀਂ ਪੂਰਾ ਸਾਲ ਕੰਮ ਕੀਤਾ। ਦੱਸੋ ਕਿਹੜੇ ਪ੍ਰੋਟੈਸਟ ਕੀਤੇ ਇਹਨਾਂ ਨੇ, ਕਿਹੜੇ ਮੁੱਦਿਆਂ ਤੇ ਇਹ ਬੈਠੇ, ਇਹਨਾਂ ਤੋਂ ਪੁੱਛੋ। ਤੇ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਪਿਛਲੇ ਇਲੈਕਸ਼ਨਾਂ ਤੋਂ ਬਾਅਦ ਆਪਾਂ ਨਹੀਂ ਜਿੱਤੇ ਇਲੈਕਸ਼ਨ, ਫਿਰ ਵੀ ਆਪਾਂ ਸਟੂਡੈਂਟ ਵਾਸਤੇ ਵਰਕ ਕੀਤਾ। ਗੇਟ ਨੰਬਰ 3 ਬੰਦ ਕਰਤਾ ਸੀ, ਚੰਡੀਗੜ੍ਹ ਪੁਲਿਸ ਨੇ ਬੈਰੀਕੇਡਿੰਗ ਕਰਤੀ ਸੀ, 6 ਮਹੀਨੇ ਉਹ ਬੈਰੀਕੇਡਿੰਗ ਖੁੱਲੀ ਨਹੀਂ। ਸਟੂਡੈਂਟ ਨੂੰ ਇੰਨੀ ਦਿੱਕਤ ਆਉਂਦੀ ਸੀ ਸਾਊਥ ਕੈਂਪਸ ਨਾਰਥ ਕੈਂਪਸ 'ਚ ਜਾਣ ਵਾਸਤੇ। ਅਸੀਂ ਉੱਥੇ ਧਰਨੇ ਤੇ ਬਹਿ ਕੇ 3 ਨੰਬਰ ਗੇਟ ਬੰਦ ਕਰਕੇ 4 ਘੰਟੇ ਦੇ ਵਿੱਚ ਉਹ ਗੇਟ ਖੁਲਾਇਆ। ਠੀਕ ਹੈ ਜੀ। ਸਾਡਾ ਮੁੱਦਾ ਇੱਕ ਹੋਰ ਸੀਗਾ, ਅਸੀਂ ਵਰਕ ਕੀਤਾ ਕਨਵੋਕੇਸ਼ਨ ਦਾ। ਯੂਨੀਵਰਸਿਟੀ ਰੂਲ ਬੁੱਕ ਦੇ ਅਕੋਰਡਿੰਗ ਸਿਰਫ ਗੋਲਡ ਮੈਡਲਿਸਟ ਦੀ ਕਨਵੋਕੇਸ਼ਨ ਹੁੰਦੀ ਸੀ। ਅਸੀਂ ਇਹ ਮੁੱਦਾ ਸੈਨੇਟ ਤੇ ਰੱਖਾ ਸੀ, ਬਹੁਤ ਲੰਬਾ ਇਹਨੂੰ ਪਰਸੂ ਕੀਤਾ ਤੇ ਅੱਜ ਇਹ ਕਲੀਅਰ ਹੋ ਚੁੱਕਿਆ ਤੇ ਪੂਰੀ ਯੂਨੀਵਰਸਿਟੀ ਦੇ ਵਿੱਚ ਸਾਰਿਆਂ ਦੀ ਕਨਵੋਕੇਸ਼ਨ, ਸਾਰੇ ਡਿਗਰੀ ਦੇ ਕਨਵੋਕੇਸ਼ਨ ਹੋਣਗੀਆਂ। ਠੀਕ ਹੈ ਜੀ। ਤੇ ਜਿਹੜਾ ਫੀ ਹਾਈਕ ਦਾ ਮੁੱਦਾ ਹੋਇਆ ਸੀ, ਫੀ ਹਾਈਕ ਦੇ ਵਿੱਚ ਆਪਾਂ ਸਟ੍ਰਾਈਕ ਤੇ ਬੈਠੇ ਸੀਗੇ ਤੇ ਉਹਦੇ ਤੇ ਸਟੇ ਲਵਾਈ ਅਸੀਂ। ਤੇ ਯੂਨੀਵਰਸਿਟੀ ਦਾ ਇਲੈਕਸ਼ਨਾਂ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਤਦ ਤੋਂ ਕੰਮ ਕਰ ਰਹੀ ਹੈ ਤੇ ਹਲੇ ਵੀ ਕੰਮ ਕਰ ਰਹੀ ਹੈ। ਤੇ ਅੱਜ ਅਸੀਂ ਬੋਲ ਰਹੇ ਹਾਂ ਕਿ ਸਾਨੂੰ ਸਪੋਰਟ ਕਰੋ। ਜਿਹੜੇ ਦਿਖੇ ਨਹੀਂ ਪਿਛਲੇ ਇਲੈਕਸ਼ਨਾਂ ਤੋਂ ਬਾਅਦ ਉਹ ਕੀ ਸਪੋਰਟ ਮੰਗਦੇ, ਕਿਹੜੇ ਬੇਸਿਸ ਤੇ ਸਪੋਰਟ ਮੰਗ ਰਹੇ ਨੇ, ਅਸੀਂ ਉਹੀ ਪੁੱਛਣਾ ਚਾਹੁੰਦੇ ਉਹਨਾਂ ਤੋਂ। ਤੁਹਾਡੀ ਪੀਯੂਐਸਯੂ ਜਿਹੜੀ ਹੈ ਕਿ ਕਿੰਨੇ ਟਾਈਮ ਤੋਂ ਇਲੈਕਸ਼ਨ ਲੜ ਰਹੀ ਹੈ ਤੇ ਕਿੰਨੀ ਵਾਰ ਜਿੱਤ ਪ੍ਰਾਪਤ ਕਰ ਚੁੱਕੇ ਹੁਣ ਤੱਕ? ਸਭ ਤੋਂ ਪੁਰਾਣੀ ਨੋਨ ਪੋਲੀਟੀਕਲ ਬੋਡੀ ਹੈ 1977 ਤੋਂ ਅਸੀਂ ਸਿਚੁਏਟਡ ਹੋਈ ਸੀਗੀ। 46 ਸਾਲ ਹੋ ਗਏ ਨੇ। ਸਭ ਤੋਂ ਜ਼ਿਆਦਾ ਵਾਰ ਅਸੀਂ ਕਾਉਂਸਲ 'ਚ ਬੈਠੇ ਨੇ। ਯੂਨੀਵਰਸਿਟੀ ਪੂਸੂ ਦਾ ਬਣਨ ਦਾ ਇਹੀ ਮੁੱਦਾ ਸੀਗਾ ਕਿ ਸਟੂਡੈਂਟ ਜਿਹੜੇ ਸੀਗੇ ਬਾਹਰ ਦੀ ਪੋਲਿਟਿਕਸ ਤੋਂ
ਨਾਰਾਜ਼ ਹੋ ਕੇ ਇੱਥੇ ਜਿਹੜੇ ਸਟੂਡੈਂਟ ਨੇ ਬਾਹਰ ਦੀ ਪੋਲਿਟਿਕਸ ਤੋਂ ਤੰਗ ਹੋ ਕੇ, ਐਮਰਜੈਂਸੀ ਦਾ ਟਾਈਮ ਸੀਗਾ ਉਸ ਟਾਈਮ ਜੇ ਸਟੂਡੈਂਟ ਨੇ ਇਕੱਠੇ ਹੋ ਕੇ ਬੋਲਿਆ ਕਿ ਅਸੀਂ ਆਪਣਾ ਜਿਹੜਾ ਲੀਡਰਸ਼ਿਪ ਖੁਦ ਕਰਾਂਗੇ, ਉਸ ਕਰਕੇ ਪੂਸੂ ਦੀ ਜਿਹੜਾ ਹੈ ਸਥਾਪਨਾ ਹੋਈ ਸੀ। ਹਾਂਜੀ, ਤਾਂ ਬਾਕੀ ਜਿਹੜੀਆਂ ਟੀਮਾਂ ਹੈਗੀਆਂ, ਜਿਹੜੀ ਪਾਰਟੀਆਂ ਹੈਗੀਆਂ, ਜਿਹੜਾ ਅਲਾਈਅੰਸ ਕਰਦੇ ਪਏ ਨੇ, ਜਿਵੇਂ ਹੁਣ CAYSS ਨੇ ਵੀ ਕਿਹਾ ਹੈ ਜੇਕਰ ਕੋਈ ਅਲਾਈਅੰਸ ਕਰਨ ਲਈ ਤਿਆਰ ਹੈ, ਜੇ ਸਾਡੇ ਏਮਸ ਦੇ ਨਾਲ ਜਿਹੜਾ ਚੱਲਣ ਨੂੰ ਤਿਆਰ ਹੈ ਤਾਂ ਫਿਰ ਉਹਨਾਂ ਦਾ ਵੈਲਕਮ ਹੈ। ਕਿਸ ਤਰ੍ਹਾਂ ਦੇਖਦੇ ਹੋ? ਸਰ ਜਿਹੜੇ ਕਹਿੰਦੇ ਨੇ ਨੋਨ ਪੋਲੀਟੀਕਲ ਪਾਰਟੀ, ਜਿਹੜੇ ਕਹਿੰਦੇ ਨੇ ਹੋਰ ਹਿਮਸੂ ਲੈ ਲਓ, HPSU ਲੈ ਲਓ, PUHH ਲੈ ਲਓ, ਹਾਂਜੀ, ਇਹ ਆਪਣੇ ਆਪ ਨੂੰ ਨੋਨ ਪੋਲੀਟੀਕਲ ਪਾਰਟੀ ਕਹਿੰਦੇ ਨੇ, ਪਰ ਬਾਅਦ 'ਚ ਜਾ ਕੇ ਪੋਲੀਟੀਕਲ ਆਰਗੇਨਾਈਜੇਸ਼ਨ ਨਾਲ ਅਲਾਈਅੰਸ ਕਰਦੇ ਨੇ। ਫਿਰ ਇਹਨਾਂ ਦੇ ਕਿੱਦਾਂ ਕਹਿ ਸਕਦੇ ਨੇ ਨੋਨ ਪੋਲੀਟੀਕਲ ਹੈਗੇ ਨੇ? ਉਹੀ ਪੁੱਛਣਾ ਚਾਹੁੰਦਾ। ਪੂਸੂ ਪਾਰਟੀ ਆਲਵੇਜ਼ ਕੱਲੀ ਲੜੀ ਹੈ ਇਲੈਕਸ਼ਨ, ਹਮੇਸ਼ਾ ਅੱਗੇ ਵੀ ਲੜੇਗੀ, ਤੇ ਇਹੀ ਸਾਡੇ ਕੀ ਰਿਐਲਿਟੀ 'ਚ ਨੋਨ ਪੋਲੀਟੀਕਲ ਜਿਹੜੀ ਸਟੂਡੈਂਟ ਆਰਗੇਨਾਈਜੇਸ਼ਨ ਹੈ ਯੂਨੀਵਰਸਿਟੀ 'ਚ ਆਥੈਂਟਿਕ ਪੂਸੂ ਪਾਰਟੀ ਹੀ ਹੈ। ਬਾਕੀ ਜਿਹੜੇ ਹੈ ਅਲਾਈਅੰਸ ਕਰਕੇ ਬਸ ਉਹਨਾਂ ਦਾ ਮਕਸਦ ਹੈ ਕਿ ਜੀ ਕਾਉਂਸਲ 'ਚ ਬੈਠਣਾ, ਸਾਡਾ ਨਾਂ ਕਰਾਉਣਾ ਉਹਨਾਂ ਨੇ, ਬਸ ਜੀ। ਸਰ ਸਵਾਲ ਦੋ ਨੇ ਕਿ ਪੋਲੀਟੀਕਲ ਪਾਰਟੀ ਦੇ ਨਾਲ ਤੁਹਾਡਾ ਵੀ ਕਿਸੇ ਅਲਾਈਅੰਸ ਹੈਗਾ, ਜਾਂ ਫਿਰ ਕਿ ਤੁਸੀਂ ਸਟੂਡੈਂਟ ਦੇ ਲਈ ਕੀ ਕੀਤਾ, ਯੂਨੀਵਰਸਿਟੀ ਦੇ ਲਈ ਕੀ ਕੀਤਾ, कि धरने लगाए ने कि कुछ काम कराए ने? देखो जी, पहले तो मैं आपको बता देना चाहता हूँ कि हमारा अलायंस तो कैसे होगा किसी पॉलिटिकल पार्टी के साथ। हम भी प्रेसिडेंट का इलेक्शन लड़ रहे हैं, और भी मैं खुद प्रेसिडेंट का इलेक्शन लड़ रहा हूँ जी। कुलदीप सिंह चौधरी मेरा नाम है, ठीक है। नीचे वाली एक सीट पे और हमारे इलेक्शन लड़ रहे हैं जनरल सेक्रेटरी पे तरुण तोमर है मेरा भाई, ठीक है जी। 2 सीटें पे इलेक्शन लड़ रहे हैं। किसी पॉलिटिकल पार्टी के साथ हमारा कोई अलायंस नहीं है, ठीक है। काफ़ी पार्टियों के ऑफर आए हमारे साथ अलायंस कर दो, आपको ये दे देंगे, ये दे देंगे, पर हमने उनकी एक बात नहीं मानी। हमारी पार्टी के यहाँ पर आए थोड़ा टाइम हुआ था, पर हमने भी एक ही बात बोली, अगर इलेक्शन लड़ना है तो प्रेसिडेंट का लड़ना है, ना कि कोई किसी पार्टी के साथ अलायंस करना है। क्योंकि जब हम क्लासेस में जाके एक स्पीच दे रहे हैं कि हमारी स्टूडेंट एसोसिएशन है, और एट द एंड हम किसी पार्टी के नीचे लग जाते हैं तो एलिगेशन लगते हैं, यूटर्न लेना पड़ता है जी। बच्चों के सामने दोबारा हम बोल भी नहीं सकते भी हमारी स्टूडेंट एसोसिएशन है। तो हमारी स्टूडेंट एसोसिएशन है जी, प्रेसिडेंट के इलेक्शन लड़ रहे हैं, 2 सीटों पर इलेक्शन लड़ रहे हैं, HSA हिंदुस्तान स्टूडेंट एसोसिएशन जी। की कहना चाहोगे मैम? सवाल दो ही ने कि कुछ काम किए पहला, या फिर ਜਿਹੜੀ ਹੁਣ ਅਲਾਈਅੰਸ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਅਲਾਈਅੰਸ ਦੌਰਾਨ ਜਿਹੜਾ ਵਾ ਵੋਟ ਬੈਂਕ ਇਕੱਠਾ ਕੀਤਾ ਜਾ ਰਿਹਾ ਹੈ। ਦੇਖੋ 2015 ਤੋਂ PSU ਲਲਕਾਰ ਇਸ ਯੂਨੀਵਰਸਿਟੀ 'ਚ ਕੰਮ ਕਰ ਰਹੀ ਹੈ ਤੇ ਲਗਾਤਾਰ ਸਟੂਡੈਂਟ ਦੇ ਮਸਲੇ ਚੱਕਦੀ ਆਈ ਹੈ, ਤੇ ਖਾਸ ਕਰਕੇ 2018 ਤੋਂ ਬਾਅਦ ਤੱਕ ਜਿੰਨੇ ਵੀ ਸਟਰਗਲਸ ਹੋਏ ਹੈ ਉਹ ਸਾਰੇ PSU ਲਲਕਾਰ ਨੇ ਲੀਡ ਕੀਤੇ, ਭਾਵੇਂ ਉਹ ਲੋਕਡਾਊਨ ਤੋਂ ਬਾਅਦ ਮੈਸ ਡਾਈਟਸ ਦਾ ਰੇਟ ਹੋਵੇ, ਸੈਨੇਟ ਸਿੰਡੀਕੇਟ ਨੂੰ ਬਚਾਉਣਾ ਹੋਵੇ, ਜਿਹੜੀ ਯੂਨੀਵਰਸਿਟੀ ਦੀ ਇੰਨੀ ਵੱਡੀ ਡੈਮੋਕ੍ਰੈਟਿਕ ਬੋਡੀ ਹੈ, ਕਦੇ ਵੀ ਫੀਸਾਂ ਦਾ ਵਾਧਾ ਹੋਏ, ਹੌਸਟਲ ਮਿਲਣ 'ਚ ਜਿੰਨੀਆਂ ਵੀ ਧਾਂਦਲੀਆਂ ਹੋ ਰਹੀਆਂ, ਸਾਰੇ ਪ੍ਰੋਟੈਸਟ ਨੂੰ PSU ਲਲਕਾਰ ਨੇ, ਚਾਹੇ ਉਹ PU ਦੀ ਸੈਂਟਰਲਾਈਜੇਸ਼ਨ ਦਾ ਮੁੱਦਾ ਸੀ, PSU ਲਲਕਾਰ ਨੇ ਵੱਧ ਚੜ੍ਹ ਕੇ ਅੱਗੇ ਸਟੂਡੈਂਟਸ ਨੂੰ ਲੀਡ ਕੀਤਾ, ਸਟਰਗਲਸ ਕੀਤੇ। ਤੇ ਜਿਹੜੀ ਅਲਾਈਅੰਸ ਵਾਲੀ ਗੱਲ ਹੈ, ਇਸ ਟਾਈਮ ਤੇ ਜਿੰਨੀਆਂ ਵੀ ਇੱਥੇ ਖੜੀਆਂ ਨੇ, ਮੈਂ ਦੁਬਾਰਾ ਕਹਾਂਗੀ PSU ਲਲਕਾਰ ਹੀ ਹੈ ਜੀ ਆਰਗੇਨਾਈਜੇਸ਼ਨ ਹੈ ਜਿਹੜੀ ਆਪਦੇ ਸਟੈਂਡ ਤੇ ਡਟੀ ਹੋਈ ਹੈ, ਸੱਚੀ ਸਟੂਡੈਂਟਸ ਦੀ ਆਰਗੇਨਾਈਜੇਸ਼ਨ ਹੈ। ਜਿਹੜੇ ਇੱਥੇ ਦਾਅਵੇ ਵੀ ਕਰਕੇ ਜਾ ਰਹੇ ਵੀ ਅਸੀਂ ਅਲਾਈਅੰਸ ਨਹੀਂ ਕੀਤੇ, ਉਹਨਾਂ ਨੇ ਅਲਾਈਅੰਸ ਵੀ ਕੀਤੇ ਹੈ, ਤੇ ਜਿਹੜੇ ਇੱਥੇ ਖੜੇ ਹੋ ਕੇ ਬਾਹਰ ਦੀ ਰਾਜਨੀਤੀ ਨੂੰ ਗਾਲਾਂ ਕੱਢਦੇ ਨੇ, ਬਾਅਦ ਵਿੱਚ ਇੱਥੋਂ ਨਿਕਲ ਕੇ ਉਸੇ ਰਾਜਨੀਤੀ ਸ਼ਾਮਿਲ ਹੁੰਦੇ ਹੋ, ਕਿਤੇ ਵੀ ਕੋਈ ਨਾਨ ਪੋਲੀਟੀਕਲ ਆਰਗੇਨਾਈਜੇਸ਼ਨਸ ਨਹੀਂ ਹੈਗੀਆਂ, ਸਿਰਫ PSU ਲਲਕਾਰ ਇਹੋ ਜੀ ਨਾਨ ਪੋਲੀਟੀਕਲ ਇੱਥੇ ਇੰਡੀਪੈਂਡੈਂਟ ਸਟੂਡੈਂਟਸ ਦੀ ਆਰਗੇਨਾਈਜੇਸ਼ਨ ਹੈ। ਤੇ PSU ਲਲਕਾਰ ਨੂੰ ਵਿਦਿਆਰਥੀ ਹੁੰਦੇ ਕੰਮ ਤੇ ਉਹਦੀ ਜਿਹੜੇ ਉਹਨਾਂ ਨੇ ਸਿਆਣੇ ਸਟੂਡੈਂਟਸ ਦੇ ਸਿਆਣੀ ਪਾਰਟੀ ਨੂੰ ਵੋਟ ਪਾਉਂਦੇ, ਕੰਮ ਦੇ ਕੇ ਵੋਟ ਪਾਉਂਦੇ, ਸਟੂਡੈਂਟਸ ਦੀ ਆਪਦੀ ਜਥੇਬੰਦੀ ਨੂੰ ਵੋਟ ਪਾਉਂਦੇ। ਇਸ ਕਰਕੇ ਇਸ ਵਾਰ ਕਿੰਨੀ ਵਾਰੀ ਜਦੋਂ ਤੱਕ ਜਿਵੇਂ ਮਤਲਬ ਇੱਕ ਨਾ ਗ੍ਰਾਫ ਰਹਿੰਦਾ ਹੈ ਕਿਸੇ ਵੀ ਆਰਗੇਨਾਈਜੇਸ਼ਨ ਦੀ ਅੱਗੇ ਵਧਣ ਦਾ, PSU ਲਲਕਾਰ ਜਦੋਂ ਤੋਂ ਇੱਥੇ ਕੰਮ ਕਰ ਰਹੀ ਹੈ ਉਹਦਾ ਗ੍ਰਾਫ ਹਮੇਸ਼ਾ ਉੱਚੇ ਹੀ ਗਿਆ। ਪਿਛਲੀ ਵਾਰ ਵੀ ਅਸੀਂ ਇਲੈਕਸ਼ਨਸ ਕੰਟੈਸਟ ਕੀਤੇ ਤਾਂ ਇੰਨੀ ਮਸਲ ਪਾਵਰ ਦੇ ਬਾਵਜੂਦ ਵੀ PSU ਲਲਕਾਰ ਨੂੰ ਸੈਂਕੜੇ ਬੱਚੇ ਨੇ ਸਾਥ ਦਿੱਤਾ, ਤੇ ਇਸ ਵਾਰ ਤਾਂ ਸਾਡੀ ਤਿਆਰੀ ਹੋਰ ਵੀ ਚੰਗੀ ਹੈ, ਸਾਡੀ ਟੀਮ ਹੋਰ ਵੀ ਵੱਡੀ ਹੈ, ਹਰ ਡਿਪਾਰਟਮੈਂਟ ਸਾਡੇ ਮੈਂਬਰਸ ਨੇ ਜਿਹੜੇ ਕੰਮ ਕਰ ਰਹੇ ਨੇ, ਤੇ ਇਸ ਵਾਰ ਤਾਂ ਅਸੀਂ ਹੋਰ ਵੀ ਚੰਗੇ ਤਰੀਕੇ ਨਾਲ ਇਹਨਾਂ ਸਾਰਿਆਂ ਨੂੰ ਚੈਲੰਜ ਵੀ ਕਰਾਂਗੇ ਤੇ ਜਿਹੜੇ ਸਟੂਡੈਂਟਸ ਨੇ ਸਾਨੂੰ ਸਪੋਰਟ ਵੀ ਕਰਨਗੇ। ਸਰ ਆਖਰੀ ਸਵਾਲ ਹੈ, ਕਹਿ ਰਹੇ ਨੇ ਕਿ ਤੁਸੀਂ ਕੋਈ ਕੰਮ ਨਹੀਂ ਕੀਤਾ, ਨਾ ਤੁਸੀਂ ਕੋਈ ਧਰਨੇ ਮੁਜ਼ਾਹਰੇ ਕੀਤੇ ਨੇ, ਨਾ ਹੀ ਯੂਨੀਵਰਸਿਟੀ ਦੇ ਲਈ ਤੁਹਾਡਾ ਕੋਈ ਯੋਗਦਾਨ ਹੈਗਾ, ਤੇ ਬਾਕੀ ਤੁਸੀਂ ਜਿਹੜਾ ਜੋ ਬੋਲ ਰਹੇ ਹੋ ਝੂਠ ਬੋਲ ਰਹੇ ਹੋ। क्या है सर, देखो ULS ਅਲਾਈਅੰਸ के ਕਰ ਰਹੇ ਹੋ ਤੁਸੀਂ ਨਾਲ। सर जो पूरे पंजाब यूनिवर्सिटी के अंदर फ़ी हाइक हुई थी उसके अंदर सबसे बड़ा प्रोटेस्ट AVP ने किया था, सबसे पहले प्रोटेस्ट भी AVP ने किया था। और मैं आपको कुछ डिपार्टमेंट के इश्यूज़ बता देता हूँ, जैसे कि केमिस्ट्री डिपार्टमेंट है, वहाँ पे एक इंस्ट्रूमेंट है FTIR, वो पिछले 3-4 साल से बंद पड़ा हुआ है। किसी यूनिवर्सिटी ने उसको, पूरी यूनिवर्सिटी के अंदर किसी भी पार्टी ने उसको नहीं उठाया। हमने सिंडिकेट की 26 तारीख को मीटिंग हुई थी, उसके अंदर भी सिर्फ AVP इकलौती ऐसी स्टूडेंट ऑर्गेनाइजेशन इसने मुद्दा उठाया। एक BDS डिपार्टमेंट है यहाँ पे, जो BDS डिपार्टमेंट के अंदर है, जो MDS के स्टूडेंट्स होते हैं ना, उनका स्टाइफ है ना सिर्फ 10,000 रुपये, लेकिन जो PGI के जो स्टूडेंट्स हैं उनका है 1 लाख रुपये। तो उसका मुद्दा भी हमने उठाया था कि उनका स्टाइफन भी इंक्रीज़ किया जाए। और सर एक वहाँ पे क्या है कि रिवर्ट बैक रूल है, अगर जैसे कोई भी स्टूडेंट्स अगर बीमार हो जाता है एग्ज़ाम के टाइम तो मेडिकल लीव ले सकता है और फिर उसको बाद में स्पेशल चांस मिलता है।
लेकिन वहाँ के स्टूडेंट्स को बैक लग जाती है। तो हमने यही मुद्दा उठाया था कि जब पूरे पंजाब यूनिवर्सिटी के अंदर एक स्टूडेंट्स को चांस मिलता है तो उनको भी चांस मिलना चाहिए, क्योंकि वो भी पंजाब यूनिवर्सिटी के स्टूडेंट्स हैं, वो भी फीस पंजाब यूनिवर्सिटी को ही देते हैं। और एक मैं यूएलएस डिपार्टमेंट से आता हूँ, यूएलएस डिपार्टमेंट के अंदर पार्किंग का बहुत इशू होता है। आजकल जो बारिश का मौसम चल रहा है सर, वहाँ पे बच्चों को बहुत दिक्कत आ रही है। जैसे गाड़ियाँ पार्क करनी पड़ती है जहाँ पे, वहाँ बड़े बड़े गड्ढे हैं, वहाँ पे मिट्टी है, वहाँ पे बच्चों के कपड़े गंदे हो जाते हैं, तो कैंपस के अंदर आने में दिक्कत हो जाती है उन्हें। तो ये पिछले आपको बताया मुद्दे उठाए हैं। और प्रोटेस्टों में जहाँ भी, जैसे मैंने आपको बताया कि चोरी हुई, हमने सिक्योरिटी चीफ के ऑफिसर है जो, उसके वहाँ पे जाके प्रोटेस्ट करा। कोई भी बता दे कि हम वहाँ प्रोटेस्ट करके आए हों। तो स्टूडेंट्स के मुद्दे सर हम उठाते गए हैं, 24/7 स्टूडेंट्स के बीच रहे हैं, 365 डेज़ काम करते हैं जी। उसी के बेस पे आप लोगों से अपील करें कि प्लीज़ इस बार वोट देना 7013 को जी। की कहना चाहोगे? ਦੇਖੋ ਮਤਲਬ ਮੁੱਦੇ ਗਿਣਾ ਦਿੰਦੇ ਨੇ ਪਰ ਜਿਹੜੀ ਦੇਖੋ ਮੈਮੋਰੈਂਡਮ ਇਹਨਾਂ ਨੇ ਦੇਤੇ ਹੋਣਗੇ, ਪਰ ਮੈਮੋਰੈਂਡਮ ਦੇਣ ਨਾਲ ਕਦੇ ਮਸਲੇ ਹੱਲ ਨਹੀਂ ਹੁੰਦੇ। ਜੋ ਆਪਾਂ ਮਤਲਬ ਜਿਹੜੀ ਪੀਐਸਯੂ ਲਲਕਾਰ ਹੈ ਉਹ ਤਾਂ ਜਿੱਥੇ ਵੀ ਤੱਕ ਹੁੰਦਾ ਹੈ। ਜੋ ਇਹਨਾਂ ਨੇ ਸਟਾਈਪੈਂਡਸ ਦੀ ਵੀ ਗੱਲ ਕੀਤੀ, ਪੀਜੀਆਈ 'ਚ ਵੀ ਹੁਣੇ ਹੀ ਇੱਕ ਪ੍ਰੋਟੈਸਟ ਹੋਇਆ ਸੀ, ਉੱਥੇ 9 ਨਰਸਿੰਗ ਕਾਲਜ ਹੈ ਕੁੜੀਆਂ ਦਾ, ਨਰਸਿਸ ਦਾ। ਉੱਥੇ ਉਹਨਾਂ ਨੂੰ ਪ੍ਰੋਮਿਸ ਕੀਤਾ ਜਾਂਦਾ ਹੈ ਕਿ ਤੁਹਾਨੂੰ ਜਿਹੜੀ ਤੁਹਾਡੀ ਬੀਐਸਸੀ ਕੋਰਸ ਪੂਰਾ ਹੋ ਜਾਏਗਾ ਉਸ ਤੋਂ ਬਾਅਦ ਤੁਹਾਨੂੰ ਇੱਥੇ ਪੱਕੀ ਨੌਕਰੀ ਪੀਜੀਆਈ 'ਚ ਮਿਲੇਗੀ। ਤੇ ਅਥਾਰਟੀਜ਼ ਇਸ ਵਾਰ ਉਸ ਆਪਦੇ ਵਾਲੇ ਤੋਂ ਮੁੱਕਰ ਗਈਆਂ। ਉਹ ਕੋਰਟ ਵੀ ਗਏ, ਉਹਨਾਂ ਨਾਲ ਕੁਝ ਨਹੀਂ, ਕੋਰਟ ਦਾ ਵੀ ਕੁਝ ਨਹੀਂ ਬਣਿਆ। ਫਿਰ ਇੰਨਾ ਹੀ ਵੱਡੀ ਪਾਰਟੀ ਵਾਲਿਆਂ ਨੇ ਕਿਹਾ ਵੀ ਤੁਸੀਂ ਲਲਕਾਰ ਵਾਲਿਆਂ ਕੋਲ ਜਾਓ, ਲਲਕਾਰ ਵਾਲੇ ਤੁਹਾਡਾ ਮਸਲਾ ਹੱਲ ਕਰਾਉਣਗੇ। ਦੇਖੋ ਲਲਕਾਰ ਵਾਲੇ ਕੋਈ ਮੈਮੋਰੈਂਡਮ ਦੇ ਕੇ, ਕੋਈ ਆਪਦਾ ਨਾਮ ਚਮਕਾ ਕੇ ਮਸਲੇ ਹੱਲ ਨਹੀਂ ਕਰਾਉਂਦੇ। ਅਸੀਂ ਉੱਥੇ ਸਟੂਡੈਂਟਸ ਨਾਲ ਮਿਲ ਕੇ, ਸਟੂਡੈਂਟਸ ਨੂੰ ਮੋਬਿਲਾਈਜ਼ ਕਰਕੇ ਪ੍ਰੋਟੈਸਟ ਕੀਤਾ। ਸਟੂਡੈਂਟਸ ਜਿਹੜੀਆਂ ਉੱਥੇ ਨਰਸਾਂ ਸੀਗੀਆਂ ਉਹ ਆਪ 200-400 ਦੀ ਤਾਦਾਦ ਵਿੱਚ ਬਾਹਰ ਆਈਆਂ। ਤੇ ਪੀਜੀਆਈ ਦੀ ਹਿਸਟਰੀ ਵਿੱਚ ਪਹਿਲੀ ਵਾਰ ਇੱਕ ਪ੍ਰੋਟੈਸਟ ਹੋਇਆ ਤੇ ਉਸੇ ਪ੍ਰੋਟੈਸਟ ਤੋਂ ਬਾਅਦ ਉਹਨਾਂ ਸਾਰਿਆਂ ਨੂੰ ਅਪਾਇੰਟਮੈਂਟ ਲੈਟਰਸ ਵੀ ਮਿਲੇ ਤੇ ਉਹਨਾਂ ਸਾਰਿਆਂ ਦੇ ਜਿਹੜੇ ਸਟਾਈਪੈਂਡਸ ਵੀ ਰੁਕੇ ਹੋਏ ਸੀ ਉਹ ਵੀ ਵਾਪਸ ਆਏ। ਮਤਲਬ ਮਸਲੇ ਐਂ ਹੱਲ ਹੋਣਗੇ, ਸਟੂਡੈਂਟਸ ਦੀ ਤਾਕਤ ਤੇ ਹੱਲ ਹੋਣਗੇ। ਜਿਹੜੇ ਮਸਲੇ ਗਿਣਾਉਂਦੇ ਉਹ ਸਾਰੇ ਆਉਂਦੇ ਹੀ ਇਹਨਾਂ ਦੀ ਸਰਕਾਰਾਂ ਦੀ ਵਜ੍ਹਾ ਨਾਲ ਨੇ, ਤਾਂ ਉਹ ਇਹਨਾਂ ਨੂੰ ਕਿਵੇਂ ਹੱਲ ਕਰਾ ਦੇਣਗੇ? ਕਦੇ ਵੀ ਇਹ ਬੇਬਾਕੀ ਨਾਲ ਬਿਨਾਂ ਕੰਪਰੋਮਾਈਜ਼ ਕੀਤੇ ਅਥਾਰਟੀਜ਼ ਤੱਕ ਆਪਦੇ ਮਸਲੇ ਨਹੀਂ ਰੱਖ ਸਕਦੇ। ਇਹ ਸਿਰਫ ਪੀਐਸਯੂ ਲਲਕਾਰ ਹੀ ਕਰ ਸਕਦੀ ਹੈ ਤੇ ਕਰਦੀ ਆਈ ਹੈ ਤੇ ਅੱਗੇ ਵੀ ਕਰੇਗੀ। ਤੇ ਇਸ ਵਾਰ ਅਸੀਂ ਸਟੂਡੈਂਟਸ ਨੂੰ ਵੀ ਆਹੀ ਅਪੀਲ ਕਰਾਂਗੇ ਕਿ ਜਿਵੇਂ ਤੁਸੀਂ ਸਟਰਗਲ 'ਚ ਸਾਡਾ ਸਾਥ ਦਿੰਦੇ ਹੋ, ਹਮੇਸ਼ਾ ਸਾਡੇ ਨਾਲ ਵੱਧ ਚੜ੍ਹ ਕੇ ਆਉਂਦੇ ਹੋ, ਐਵੇਂ ਇਲੈਕਸ਼ਨਸ ਵੀ ਇੱਕ ਸਟਰਗਲ ਹੈ। ਆ ਮਨੀ ਮਸਲ ਪਾਰ ਦੀ ਪੋਲੀਟਿਕਸ ਦੇ ਖਿਲਾਫ ਸਟਰਗਲ ਹੈ। ਪੰਜਾਬ ਯੂਨੀਵਰਸਿਟੀ ਵਿੱਚ ਇੱਕ ਚੰਗੀ ਆਪਾਂ ਪੋਲੀਟਿਕਸ ਇੱਥੇ ਸਥਾਪਿਤ ਕਰੀਏ ਤੇ ਜਿਹੜੀ ਆ ਮਨੀ ਮਸਲ ਪਾਰ ਦੀ ਐਮਪੀ ਐਮਐਲਏ ਦੀ ਰਾਜਨੀਤੀ ਨੂੰ ਬਾਹਰ ਦਾ ਰਸਤਾ ਵਿਖਾਈਏ ਤੇ ਐਤਕੀ ਪੀਐਸਯੂ ਲਲਕਾਰ ਨੂੰ ਕਾਉਂਸਲ ਵਿੱਚ ਲੈ ਕੇ ਆਈਏ। ਜੀ, ਤਾਂ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਤਾਂ ਹੁਣ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ, ਸਭ ਨੇ ਆਪਣੇ ਆਪਣੇ ਵਿਜ਼ਨ ਦੱਸੇ ਨੇ, ਇੱਕ ਦੂਜੇ ਉੱਪਰ ਜਿਹੜੇ ਬਲੇਮ ਵੀ ਜ਼ਰੂਰ ਲੱਗੇ ਨੇ। ਪਰ ਹੁਣ ਦੇਖਣਾ ਇਹ ਹੈ ਕਿ ਕਿਹੜੀ ਪਾਰਟੀ ਜਿਹੜੀ ਹੈ ਹੁਣ ਹੋਂਦ ਵਿੱਚ ਆਉਂਦੀ ਹੈ, ਇਲੈਕਸ਼ਨ ਦੇ ਦੌਰਾਨ ਕਿਹੜੀ ਪਾਰਟੀ ਜਿੱਤ ਹਾਸਲ ਕਰਦੀ ਹੈ, ਕਿਸ ਦੀ ਝੋਲੀ ਜਿੱਤ ਪਏਗੀ, ਇਹ ਹੁਣ ਦੇਖਣਾ ਬਾਕੀ ਹੈ। ਬਾਕੀ ਜਿਹੜੀਆਂ ਟੋਟਲ ਅਗਰ ਜਿਹੜੀ VOTING ਦੀ ਅਗਰ ਗੱਲ ਕਰੀ ਤਾਂ 15,600 ਕੁਛ ਵੋਟਾਂ ਜਿਹੜੀਆਂ ਨੇ ਹੁਣ ਸਟੂਡੈਂਟ ਜਿਹੜਾ ਅਧਿਕਾਰ ਆਪਣਾ ਵੋਟਾਂ ਦਾ ਯੂਜ਼ ਕਰਨਗੇ, ਵੋਟ ਜਿਹੜੀਆਂ ਨੇ ਪਾਉਣਗੇ। ਤਾਂ ਵੋਟਾਂ ਦੌਰਾਨ ਕਿਹਨੂੰ ਜਿੱਤ ਮਿਲਦੀ ਹੈ